बेटा ਇਹ ਤੁਹਾਡਾ GSC ਦਾ ਚੈਪਟਰ ਨੰਬਰ 7 ਹੈਗਾ ਜੀ। ਮਾਰਕੀਟ ਸਰਵੇ ਐਂਡ ਓਪਰਚੁਨਿਟੀ ਆਈਡੈਂਟੀਫਿਕੇਸ਼ਨ। ਇਹਦੇ 'ਚ ਆਪਾਂ ਸਮੋਲ ਸਕੇਲ ਇੰਡਸਟਰੀ ਜਿਹੜੀ ਕਿ ਇਹੋ ਜਿਹੀ ਇੰਡਸਟਰੀ ਹੁੰਦੀ ਹੈ ਜਿਹੜੀ 20 ਲੱਖ ਤੋਂ ਘੱਟ ਦੇ ਵਿੱਚ ਸਟਾਰਟਅਪ ਹੋ ਜਾਏ, ਠੀਕ ਹੈ। ਅਤੇ ਇਹੋ ਜਿਹੀ ਇੰਡਸਟਰੀ ਨੂੰ ਸਮੋਲ ਸਕੇਲ ਇੰਡਸਟਰੀ ਕਰਦੇ ਹਾਂ, ਕਿਉਂ ਕਿੱਦਾਂ ਸੈਟਅਪ ਕੀਤੀ ਜਾਂਦੀ, ਕੀ ਉਹਦੇ ਫਾਇਦੇ ਹੁੰਦੇ, ਕਿਸ ਤਰ੍ਹਾਂ ਨੂੰ ਰਜਿਸਟਰ ਕਰਾਉਣਾ, ਕਿਹੜੇ ਸਮੋਲ ਸਕੇਲ ਇੰਡਸਟਰੀਜ਼ ਖੁੱਲ੍ਹ ਸਕਦੀਆਂ ਨੇ, ਉਹਨਾਂ ਬਾਰੇ ਸਭ ਕੁਝ ਜਾਣਕਾਰੀ ਦੇਗੀ। ਤੁਹਾਨੂੰ ਪਤਾ ਹੈ ਜਿਹੜਾ ਸਾਡਾ ਇੰਡੀਆ ਹੈਗਾ ਸੀਗਾ, ਇਹ ਜਨਰਲੀ ਸਮੋਲ ਸਕੇਲ ਇੰਡਸਟਰੀ ਦੇ ਕੰਮ ਛੋਟੀ ਇੰਡਸਟਰੀਜ਼ ਲੱਗੀਆਂ ਹੁੰਦੀਆਂ ਨੇ ਲੋਕਲ ਏਰੀਆਜ਼ 'ਚ, ਜਿਹੜਾ ਕਿ ਇਹਦੀ ਗਰੋਥ, ਇਹਦੀ ਮੇਨ ਇਕਨੋਮਿਕ ਨੂੰ ਕੰਟਰੀਬਿਊਟ ਕਰਦਾ ਹੈ। ਬਟ ਜੋ ਹੁਣ ਸਮੋਲ ਸਕੇਲ ਇੰਡਸਟਰੀਜ਼ ਖਤਮ ਹੁੰਦੀ ਜਾਂਦੀਆਂ, ਤਾਂ ਹੀ ਸਾਡੀ ਜਿਹੜੀ ਇਕਨੋਮਿਕ ਗਰੋਥ ਵੀ ਹੁੰਦੀ ਹੈ ਇਹਦੀ ਘਟਦੀ ਜਾਂਦੀ ਪਈ ਹੈ, ਠੀਕ ਹੈ ਜੀ। ਸਭ ਤੋਂ ਪਹਿਲਾਂ ਤੁਹਾਨੂੰ ਪਤਾ ਪਰਿਭਾਸ਼ਾ ਸਮੋਲ ਸਕੇਲ ਇੰਡਸਟਰੀ ਹੁੰਦੀ ਕੀ ਹੈ? ਐਨੀ ਯੂਨਿਟ ਇਨ ਵਿਚ ਟੋਟਲ ਇਨਵੈਸਟਮੈਂਟ ਔਨ ਮਸ਼ੀਨ। ਕੋਈ ਵੀ ਆਓ ਜਿਹਾ ਮਤਲਬ ਤੁਸੀਂ ਕੋਈ ਇੰਡਸਟਰੀ ਤਿਆਰ ਕੀਤੀ ਹੈ ਜਿਸ 'ਚ ਕਿ ਇਨਵੈਸਟ ਮਸ਼ੀਨ ਦੇ ਉੱਤੇ ਜਾਂ ਉਹਦੇ ਟੋਟਲ ਜਿਹੜਾ ਵੀ ਇਕਵਿਪਮੈਂਟ ਤੁਸੀਂ ਮਸ਼ੀਨ ਉਹਦੇ ਇੰਡਸਟਰੀ ਵਿੱਚ ਲਾਇਆ ਵਾ, ਉਹਦਾ ਖਰਚਾ 20 ਲੱਖ ਤੱਕ ਹੋਵੇ। ਇਹਦੇ ਵਿੱਚ ਆਪਾਂ ਮੈਨ ਪਾਵਰ ਨਹੀਂ ਕਾਊਂਟ ਕੀਤੀ, ਵੀ ਜਿਹੜੇ ਉੱਥੇ ਵਰਕਰ ਕੰਮ ਕਰਨਗੇ ਉਹ ਤਨਖਾਹ ਨਹੀਂ ਕਾਊਂਟ ਕੀਤੀ, ਬਸ ਉਹਦੇ ਅੰਦਰ ਜਿਹੜੀ ਮਸ਼ੀਨ ਜਿੰਨੀਆਂ ਵੀ ਲੱਗਣਗੀਆਂ, ਪਲਾਂਟਸ ਲੱਗਣਗੇ, ਉਹਨਾਂ ਦਾ ਖਰਚਾ ਜੇ 20 ਲੱਖ ਤੱਕ ਹੋਵੇ ਤਾਂ ਉਸ ਇੰਡਸਟਰੀ ਨੂੰ ਕਹਿੰਦੇ ਆ ਸਮੋਲ ਸਕੇਲ ਇੰਡਸਟਰੀ ਕਹਿੰਦੇ ਆ। ਇਹਦੇ ਵਿੱਚ ਨਾ ਆਪਾਂ ਤਨਖਾਹਾਂ ਇੰਕਲੂਡ ਕਰਨੀਆਂ ਬੰਦਿਆਂ ਦੀਆਂ, ਨਾ ਹੀ ਆਪਾਂ ਜਿਹੜੀ ਥਾਂ 'ਤੇ ਬਿਲਡਿੰਗ ਬਣਾਉਣੀ ਹੈ, ਇੰਡਸਟਰੀ ਬਣਾਉਣੀ, ਉਹ ਥਾਂ ਵੀ ਨਹੀਂ ਕਾਊਂਟ ਕਰਨੀ, ਕਿਉਂਕਿ ਥਾਂ ਤੁਹਾਨੂੰ ਪਤਾ ਅਲੱਗ ਜਗ੍ਹਾ ਦਾ ਰੇਟ ਅਲੱਗ ਹੋਏਗਾ। ਬਸ ਜੇ ਅੰਦਰ ਜਿਹੜੇ ਪਲਾਂਟ ਲਾਉਣ ਦਾ ਖਰਚਾ ਜਿਹੜਾ 20 ਲੱਖ ਰੁਪਈਆ ਹੋਵੇ, ਅਤੇ ਉਸ ਇੰਡਸਟਰੀ ਨੂੰ ਕਿਹਾ ਜਾਂਦਾ ਸਮੋਲ ਸਕੇਲ ਇੰਡਸਟਰੀ। ਬੇਟਾ ਸਮੋਲ ਸਕੇਲ ਇੰਡਸਟਰੀ ਦੋ ਤਰ੍ਹਾਂ ਦੀ ਹੋ ਤੁਸੀਂ ਇੱਕ ਸੁਣੀ ਨਹੀਂ, ਸਮੋਲ ਸਕੇਲ ਇੰਡਸਟਰੀ, ਇੱਕ ਹੁੰਦੀ ਕਾਟੇਜ ਇੰਡਸਟਰੀ। ਕਾਟੇਜ ਇੰਡਸਟਰੀ ਹੁੰਦਾ ਘਰਾਂ ਵਿੱਚ ਗਈਆਂ ਨੇ ਛੋਟੀ ਇੰਡਸਟਰੀਜ਼ ਯੂਨਿਟ ਲਾਏ ਹੁੰਦੇ ਆ। ਸਮੋਲ ਸਕੇਲ ਇੰਡਸਟਰੀ ਹੁੰਦਾ ਕਿ ਥੋੜ੍ਹਾ ਜਿਹਾ ਇਹ 'ਚ ਵਰਕਰ ਤੁਹਾਨੂੰ ਹਾਇਰ ਕਰਨੇ ਪੈਂਦੇ ਆ। ਕਾਟੇਜ ਇੰਡਸਟਰੀ ਇੱਕ ਫੈਮਿਲੀ ਰਨ ਕਰਦੀ ਹੈ, ਇਹ 'ਚ ਬਾਹਰੋਂ ਬੰਦਾ ਕੋਈ ਨਹੀਂ ਹੁੰਦਾ। ਇਹਦੇ ਵਿੱਚ ਤੁਸੀਂ ਕੀ ਹੋਇਆ ਜੀ, ਬਾਹਰੋਂ ਬੰਦੇ ਹਾਇਰ ਕਰੋਗੇ ਆਪਣੇ ਇੰਡਸਟਰੀ ਵਿੱਚ ਕੰਮ ਕਰਨ ਨੂੰ, ਠੀਕ ਹੈ ਜੀ। ਅਤੇ ਇਹ 'ਚ ਪਾਵਰ ਮਸ਼ੀਨ ਨਹੀਂ ਯੂਜ਼ ਹੁੰਦੀ, ਇਹ 'ਚ ਮਸ਼ੀਨਸ ਜਾਂ ਪਾਵਰ ਬਹੁਤ ਜ਼ਿਆਦਾ ਯੂਜ਼ ਹੁੰਦੀ ਹੈ, ਠੀਕ ਹੈ ਜੀ। ਇਹ 'ਚ ਇਨਵੈਸਟਮੈਂਟ ਥੋੜ੍ਹੀ ਜ਼ਿਆਦਾ ਹੁੰਦੀ ਹੈ, ਇਹਦੇ ਵਿੱਚ ਇਨਵੈਸਟਮੈਂਟ ਕੀ ਹੈਗੀ ਹੈ, ਘੱਟ ਹੁੰਦੀ ਹੈ, ਠੀਕ ਹੈ ਜੀ, ਕਾਟੇਜ ਇੰਡਸਟਰੀ 'ਚ, ਠੀਕ ਹੈ। ਚਲੋ ਅੱਗੇ ਪੜ੍ਹਦੇ ਹਾਂ, ਡਿਫਰੈਂਸਿਸ ਆ ਜਾਣਗੇ ਤੁਹਾਨੂੰ ਬੇਟੇ, ਪੁਆਇੰਟ ਦੇਖਿਆ ਨੋਟ ਕਰ ਲੈਣਾ। ਦੇਖੋ ਬੇਟਾ ਜੀ, ਅਗਰ ਤੁਸੀਂ ਕੋਈ ਸਮੋਲ ਸਕੇਲ ਇੰਡਸਟਰੀ ਲਾਈ ਹੈ, ਸਭ ਤੋਂ ਪਹਿਲਾਂ ਜੋ ਚਾਹੁੰਦੇ ਹੋ ਐਫੀਸ਼ੀਐਂਟਲੀ ਵਰਕ ਕਰੇ, ਤੁਹਾਨੂੰ ਉਹਦਾ ਇੱਕ ਔਰਗੇਨਾਈਜੇਸ਼ਨਲ ਸਟਰਕਚਰ ਬਣਾਉਣਾ ਪੈਣਾ। ਕੋਈ ਵੀ ਔਰਗੇਨਾਈਜੇਸ਼ਨ ਹੋਏਗੀ ਉਹਦਾ ਸਟਰਕਚਰ ਬਣਾਉਣਾ ਪੈਣਾ। ਸਭ ਤੋਂ ਪਹਿਲਾਂ ਤੁਹਾਨੂੰ ਪਤਾ ਲੱਗੇਗਾ ਜਿਹੜਾ ਵੀ ਉੱਥੇ ਬੰਦੇ ਕੰਮ ਕਰਨੇ ਆ, ਮਟੀਰੀਅਲ ਜੋ ਵੀ ਪਲਾਂਟ ਚਾਹੀਦਾ, ਜੋ ਵੀ ਇਕਵਿਪਮੈਂਟ ਚਾਹੀਦਾ, ਤੁਹਾਨੂੰ ਇਕੱਠਾ ਅਸੈਂਬਲਿੰਗ ਮੈਨ, ਮਟੀਰੀਅਲ, ਮਸ਼ੀਨਰੀ, ਮਨੀ ਟੂ ਪ੍ਰੋਡਿਊਸ ਪ੍ਰੋਡਕਟ। ਜਿਹੜਾ ਵੀ ਤੁਸੀਂ ਪ੍ਰੋਡਕਟ ਬਣਾਉਣਾ ਹੈ ਉਸ ਇੰਡਸਟਰੀ 'ਚ, ਉਹ ਤੁਹਾਨੂੰ ਸਾਰੇ ਉਹਦੇ ਵਾਸਤੇ ਜੋ ਬੰਦੇ ਨੇ, ਜਿਹੜੇ ਬੰਦੇ ਚਾਹੀਦੇ, ਜਿਹੜੀ ਮਸ਼ੀਨ ਚਾਹੀਦੀ, ਤੁਹਾਨੂੰ ਲੈਣੀ ਪਏਗੀ ਸਭ ਤੋਂ ਪਹਿਲਾਂ। ਅਤੇ ਫਿਰ ਰਿਸਪੋਂਸੀਬਿਲਿਟੀ ਡਿਸਟਰੀਬਿਊਟ ਕਰਨੀਆਂ ਪੈਣਗੀਆਂ ਵੱਖਰੇ ਬੰਦਿਆਂ 'ਚ ਕਿ ਤੁਸੀਂ ਕਿਹੜਾ ਕੰਮ ਕਰਨਾ, ਡਿਵਾਈਡ। ਅਤੇ ਫਿਰ ਇੱਕ ਅਥੋਰਿਟੀ ਵੀ ਲਾਉਣੀ ਪਏਗੀ ਕਿ ਜਿਹੜਾ ਕਿ ਉਹ ਸਾਰੇ ਕੰਮ ਨੂੰ ਹੈਡ ਕਰੇਗੀ, ਠੀਕ ਹੈ। ਫਿਰ ਬਾਅਦ 'ਚੋਂ ਤੁਹਾਨੂੰ ਕੀ ਕਰੇਗੀ, ਵਰਕ ਨੂੰ ਇਕੁਅਲੀ ਡਿਵਾਈਡ ਕਰਨਾ ਪਏਗਾ ਅਤੇ ਐਫੀਸ਼ੀਐਂਟਲੀ ਡਿਵਾਈਡ ਕਰਨਾ ਪਏਗਾ ਅਮੰਗ ਦ ਵਰਕਰਸ, ਠੀਕ ਹੈ। ਅਤੇ ਬਾਅਦ 'ਚੋਂ ਹਰ ਇੱਕ ਵਰਕਰ ਦੇ ਵਿੱਚ ਆਪਸ 'ਚ ਕੀ ਰੱਖਣਾ ਹੈ, ਤਾਲਮੇਲ ਬਣਾ ਕੇ ਰੱਖਣਾ, ਕੋਆਰਡੀਨੇਸ਼ਨ ਬਣਾ ਕੇ ਰੱਖਣਾ, ਤਾਂ ਕਿ ਤੁਹਾਡਾ ਫਾਈਨਲ ਕੰਮ ਟਾਈਮ 'ਤੇ ਕੰਪਲੀਟ ਹੋਵੇ ਅਤੇ ਫਾਈਨਲ ਕੰਮ ਹੋ ਵੀ ਜਾਵੇ। ਐਸਟੈਬਲਿਸ਼ਿੰਗ ਸਟਰਕਚਰਲ ਰਿਲੇਸ਼ਨਸ਼ਿਪ, ਕੋਈ ਵੀ ਅਗਰ ਔਰਗੇਨਾਈਜੇਸ਼ਨ ਹੋਏਗੀ ਉਹ ਇਸ ਤਰ੍ਹਾਂ 5 ਬੇਸਿਕ ਐਲੀਮੈਂਟਸ ਦੇ ਉੱਤੇ ਬਣੀ ਹੁੰਦੀ ਹੈ, ਠੀਕ ਹੈ ਜੀ। ਪਹਿਲਾਂ ਬੰਦੇ ਇਕੱਠੇ ਕਰੋ, ਫਿਰ ਡਿਸਟਰੀਬਿਊਸ਼ਨ ਕਰੋ ਕੰਮ ਦੀ, ਡਿਵੀਜ਼ਨ ਕਰੋ ਕੰਮ ਦੀ, ਫਿਰ ਬਾਅਦ 'ਚੋਂ ਇੱਕ ਅਥੋਰਿਟੀ ਲਾ ਦਿਓ ਅਤੇ ਕੋਆਰਡੀਨੇਸ਼ਨ ਦਾ ਵੀ ਧਿਆਨ ਰੱਖਣਾ ਹੈ, ਠੀਕ ਹੈ ਬੇਟਾ ਜੀ। ਹੁਣ ਜੇ ਤੁਸੀਂ ਕੋਈ ਔਰਗੇਨਾਈਜੇਸ਼ਨ ਖੜੀ ਕਰਨੀ ਹੈ, ਉਹਦਾ ਢਾਂਚਾ ਜਿਹੜਾ ਹੈ ਕੁਝ ਪ੍ਰਿੰਸੀਪਲਸ ਦੇ ਆਧਾਰ 'ਤੇ ਹੁੰਦਾ। ਉਹ ਪ੍ਰਿੰਸੀਪਲ ਕਿਹੜੇ ਹੋਏਗੇ? ਸਭ ਤੋਂ ਪਹਿਲਾਂ ਤੁਸੀਂ ਕੰਮ ਕਿਹੜਾ ਲੈਣਾ, ਓਬਜੈਕਟਿਵ ਕੀ ਲੈਣਾ, ਤੁਸੀਂ ਕੰਮ ਕਿਹੜਾ ਕਰਨ ਜਾ ਰਹੇ ਹੋ, ਉਹ ਕਲੀਅਰ ਹੋਣਾ ਚਾਹੀਦਾ ਤੁਹਾਨੂੰ। ਸਪੈਸ਼ਲਾਈਜੇਸ਼ਨ, ਕਿਹੜਾ ਬੰਦਾ ਕਿਹੜਾ ਕੰਮ ਕਰੇਗਾ, ਉਹ ਵਰਕ ਤੁਹਾਡੀ ਉਸ ਕੰਮ ਨੂੰ ਅਚੀਵ ਕਰਨ ਵਾਸਤੇ ਉਹ ਸਪੈਸ਼ਲਾਈਜੇਸ਼ਨ ਸ਼ੁੱਡ ਬੀ ਦੇਅਰ ਇਨ ਦ ਰਿਸਪੈਕਟਿਵ ਵਰਕ। ਵੱਖਰੇ ਬੰਦਿਆਂ 'ਚ ਤਾਲਮੇਲ ਹੋਣਾ ਚਾਹੀਦਾ। ਕਲੀਅਰ ਕੰਟੀਨਿਊਅਲ ਇੱਕ ਲਾਈਨ, ਕਿਹੜਾ ਬੰਦਾ ਕਿਹਦੇ ਥੱਲੇ ਕੰਮ ਕਰੇਗਾ, ਕੰਟੀਨਿਊਅਲ ਲਾਈਨ ਆਫ ਅਥੋਰਿਟੀ, ਬੰਦੇ ਨੂੰ ਪਤਾ ਹੋਣਾ ਚਾਹੀਦਾ ਮੈਂ ਕਿਹਦੇ ਥੱਲੇ ਕੰਮ ਕਰਨਾ। ਹਰ ਬੰਦੇ ਦੀ ਰਿਸਪੋਂਸੀਬਿਲਿਟੀ ਫਿਕਸਡ ਹੋਣੀ ਚਾਹੀਦੀ, ਉਹਨੂੰ ਪਤਾ ਹੋਣੀ ਚਾਹੀਦੀ, ਕਲੀਅਰ ਹੋਣੀ ਚਾਹੀਦੀ ਹੈ। ਐਫੀਸ਼ੀਐਂਸੀ ਹਾਈ ਹੋਣੀ ਚਾਹੀਦੀ ਹੈ। ਇੱਕ ਅਥੋਰਿਟੀ ਹੋਵੇ ਜਿਹਦੇ ਥੱਲੇ ਸਾਰੇ ਕੰਮ ਕਰਦੇ ਹੋਣਗੇ, ਡੈਲੀਗੇਸ਼ਨ ਆਫ ਅਥੋਰਿਟੀ। ਦ ਕੰਟਰੋਲ ਸ਼ੁੱਡ ਬੀ ਇਨ ਸਪੈਨ, ਹਰ ਇੱਕ ਬੰਦੇ ਨੂੰ ਥੋੜ੍ਹਾ ਬਹੁਤ ਕੰਟਰੋਲ ਦਿੱਤਾ ਜਾਵੇ ਤਾਂ ਕਿ ਉਹ ਆਪਣਾ ਕੰਮ ਇੰਡੀਪੈਂਡੈਂਟਲੀ ਕਰ ਸਕੇ। ਪਰ ਐ ਵੀ ਨਹੀਂ ਕਿ ਬੰਦਾ ਆਪ ਉਧਰਾ ਹੋ ਕੇ ਅਤੇ ਕੰਮ ਬਿਲਕੁਲ ਹੀ ਨਾ ਕਰੇ। ਪ੍ਰੋਪਰ ਬੈਲੈਂਸਿੰਗ ਹੋਣੀ ਚਾਹੀਦੀ, ਜਾਂ ਕਿਸੇ ਨੂੰ ਜ਼ਿਆਦਾ ਕੰਮ ਨਾ ਮਿਲੇ, ਕਿਸੇ ਨੂੰ ਘੱਟ ਕੰਮ ਨਾ ਮਿਲੇ, ਉਹਦੀ ਸ਼ਮਤਾ ਦੇ ਅਕੋਰਡਿੰਗ ਕੰਮ ਮਿਲੇ। ਪਰਸਨਲ ਅਬਿਲਿਟੀ, ਔਰਗੇਨਾਈਜੇਸ਼ਨ ਸਟਰਕਚਰ ਸ਼ੁੱਡ ਵੀ ਥੋੜ੍ਹਾ ਜਿਹਾ ਫਲੈਕਸੀਬਿਲਿਟੀ ਵੀ ਹੋਣੀ ਚਾਹੀਦੀ। ਹਾਂ ਵੀ ਚਲੋ ਥੋੜ੍ਹਾ ਕੰਮ ਲੇਟ ਹੋ ਗਿਆ ਜਾਂ ਕੁਛ ਹੋ ਗਿਆ ਇੱਧਰ ਉੱਧਰ, ਇੱਕ ਬੰਦੇ ਦੀ ਜਗ੍ਹਾ ਦੂਜਾ ਬੰਦਾ ਉਹਦੀ ਜਗ੍ਹਾ ਆ ਕੇ ਲੈ ਸਕਦਾ ਹੈ।
ਡਿਵੀਜ਼ਨ ਆਫ ਗਰੁੱਪਸ ਵਿੱਚ ਕੰਮ ਨੂੰ ਡਿਵਾਈਡ ਕੀਤਾ ਹੋਵੇ। ਡੈਫੀਨੇਟਨੈਸ ਤੇ ਹਰ ਇੱਕ ਬੰਦੇ ਨੂੰ ਪਤਾ ਹੋਣਾ ਚਾਹੀਦਾ ਕਿ ਉਹਨੇ ਕਿਹੜਾ ਕੰਮ ਕਰਨਾ ਹੈ। ਠੀਕ ਹੈ ਜੀ, ਇਹ ਕੁਝ ਪ੍ਰਿੰਸੀਪਲ ਨੇ ਜਿਨ੍ਹਾਂ ਦੇ ਉੱਤੇ ਕੋਈ ਵੀ ਆਰਗੇਨਾਈਜੇਸ਼ਨ ਬੇਸ ਹੁੰਦੀ ਹੈ। ਕਿਹੜੇ ਕਿਹੜੇ ਪ੍ਰਿੰਸੀਪਲ ਇਨਵੋਲਵਡ ਹੈਗੇ ਨੇ, ਉਹ 13 ਪ੍ਰਿੰਸੀਪਲ ਹੈਗੇ ਜਿਹੜੇ ਕਿਸੇ ਵੀ ਆਰਗੇਨਾਈਜੇਸ਼ਨ ਨੂੰ ਸੈੱਟ ਕਰਨ ਵਾਸਤੇ ਅਚੀਵ ਕੀਤੇ ਜਾਂਦੇ ਆ। ਕਿਹੜੇ ਕਿਸ ਸੀਕੁਐਂਸ 'ਚ ਫੋਲੋ ਕਰਨੇ ਆ, ਉਹ ਇਸ ਤਰ੍ਹਾਂ ਨੇ। ਆਈਡੈਂਟੀਫਿਕੇਸ਼ਨ ਆਫ ਐਕਟੀਵਿਟੀਜ਼ ਇਨ ਆਰਡਰ ਟੂ, ਉਹ ਕਿਹੜਾ ਐਕਟੀਵਿਟੀਜ਼ ਕਦੋਂ ਕਰਨੀਆਂ ਨੇ, ਕਿਸ ਆਰਡਰ 'ਚ ਕਰਨੀਆਂ ਨੇ ਤਾਂ ਕਿ ਤੁਹਾਡਾ ਆਬਜੈਕਟਿਵ ਪੂਰਾ ਹੋਵੇ, ਉਹ ਸਭ ਤੋਂ ਪਹਿਲਾਂ ਆਈਡੈਂਟੀਫਾਈ ਕਰਨਾ ਹੈ। ਡਿਟਰਮੀਨੇਸ਼ਨ ਆਫ ਐਕਟੀਵਿਟੀ ਨੀਡਡ ਟੂ ਐਗਜ਼ੀਕਿਊਟ ਪਲਾਨਸ, ਕਿਹੜੇ ਕਿਹੜੇ ਐਕਟੀਵਿਟੀਜ਼ ਉਹਨਾਂ 'ਚੋਂ ਕਰਨੀਆਂ ਹੈ, ਕਿਹੜੀਆਂ ਕਿਹੜੀਆਂ ਨਹੀਂ ਕਰਨੀਆਂ ਤਾਂ ਕਿ ਤੁਹਾਡਾ ਆਬਜੈਕਟਿਵ ਅਚੀਵ ਹੋ ਜਾਏ। ਠੀਕ ਹੈ ਜੀ। ਫਿਰ ਬਾਅਦ 'ਚੋਂ ਜਿਹੜਾ ਬੰਦੇ ਆ ਉਹਨਾਂ ਨੂੰ ਗਰੁੱਪਸ 'ਚ ਕੰਮ ਨੂੰ ਜਿਹੜਾ ਇੰਡੀਵਿਜੂਅਲ ਬੰਦੇ 'ਚ ਵੰਡਣਾ। ਫਿਰ ਬਾਅਦ 'ਚੋਂ ਇੰਡੀਵਿਜੂਅਲ ਜਿਹੜੇ ਬੰਦੇ ਇੱਕੋ ਤਰ੍ਹਾਂ ਦੇ ਕੰਮ ਕਰਦੇ ਪਏ ਉਹਨਾਂ ਨੂੰ ਗਰੁੱਪ 'ਚ ਸੈਕਸ਼ਨ 'ਚ ਡਿਵਾਈਡ ਕਰਨਾ। ਠੀਕ ਹੈ ਜੀ। ਫਿਰ ਜਿਹੜੇ ਤੁਸੀਂ ਗਰੁੱਪ ਬਣਾਏ ਸੀ, ਸੈਕਸ਼ਨਸ ਬਣਾਏ ਸੀ, ਉਹਨਾਂ ਦਾ ਇੱਕ ਹਰ ਇੱਕ ਸੈਕਸ਼ਨ ਦਾ ਜਾਂ ਡਿਪਾਰਟਮੈਂਟ ਬਣਾਉਣਾ ਅਤੇ ਬਾਅਦ 'ਚੋਂ ਡਿਪਾਰਟਮੈਂਟ ਦਾ ਹਰ ਇੱਕ ਡਿਪਾਰਟਮੈਂਟ ਨੂੰ ਐਡਮਿਨਿਸਟ੍ਰੇਟਿਵ ਇੱਕ ਯੂਨਿਟ ਬਣਾ ਦੇਣਾ। ਠੀਕ ਹੈ ਜੀ। ਫਿਰ ਉਹਨਾਂ ਦੇ ਵਿੱਚ ਆਪਸ 'ਚ ਤਾਲਮੇਲ ਰੱਖਣਾ। ਅਸਾਈਨਮੈਂਟ ਆਫ ਰਿਸਪੋਂਸੀਬਿਲਿਟੀ ਐਂਡ ਅਕਾਊਂਟੇਬਿਲਿਟੀ ਸੋ ਦੈਟ ਈਚ ਪਰਸਨ ਨੋਸ, ਹਰ ਬੰਦੇ ਨੂੰ ਉਹਦੀ ਡਿਊਟੀ ਪਤਾ ਹੋਵੇ। ਠੀਕ ਹੈ। ਇੱਕ ਅਥਾਰਟੀ ਹੋਵੇ ਜਿਹਨੂੰ ਉਹਨੇ ਰਿਪੋਰਟ ਕਰਨਾ ਹੋਵੇ। ਇਸ ਸਟਰਕਚਰ ਰਿਲੇਸ਼ਨਸ਼ਿਪ ਹੋਵੇ ਅਤੇ ਅਮੰਗ ਇੰਡੀਵਿਜੂਅਲ ਜਿਹੜੇ ਵੱਖੋ ਵੱਖਰੇ ਗਰੁੱਪ ਬਣਾਏ ਆ ਉਹਨਾਂ ਵਿੱਚ ਤਾਲਮੇਲ ਵੀ ਬਣਾ ਕੇ ਰੱਖਣਾ ਹੈ। ਇਹੀ ਤੁਹਾਨੂੰ ਤੁਸੀਂ ਪਹਿਲੇ ਵੀ ਪੜ੍ਹਿਆ ਸੀ, ਉਹੀ ਗੱਲਾਂ ਦੁਬਾਰਾ ਇੱਕ ਵਾਰੀ ਲਿਖ ਸਕਦੇ ਹੋ। ਠੀਕ ਹੈ ਜੀ ਬੇਟਾ। ਫਿਰ ਅਗਲਾ ਪੁਆਇੰਟ ਆ ਜਾਏਗਾ ਕਿ ਸਮਾਲ ਸਕੇਲ ਇੰਡਸਟਰੀ ਦਾ ਫਾਇਦਾ ਕੀ ਹੈਗਾ। ਕੀ ਫਾਇਦਾ? ਲਾਰਜ ਸਕੇਲ ਇੰਡਸਟਰੀ ਵੀ ਕੰਮ ਕਰਦੀ ਹੈ, ਸਮਾਲ ਸਕੇਲ ਇੰਡਸਟਰੀ ਵੀ ਕਰਦੇ। ਸਭ ਤੋਂ ਪਹਿਲਾਂ ਜਿਹੜੀ ਸਮਾਲ ਸਕੇਲ ਇੰਡਸਟਰੀ ਆ ਉਹ ਇੰਪਲੋਇਮੈਂਟ ਨਹੀਂ ਦਿੰਦੀ। ਸਮਾਲ ਸਕੇਲ ਯੂਨਿਟ ਹੈਲਪ ਟੂ ਟੈਕਲ ਪ੍ਰੋਬਲਮ ਆਫ ਅਨਇੰਪਲੋਇਮੈਂਟ। ਹੁਣ ਸਾਡੇ ਇੱਥੇ ਜਿਹੜੇ ਇੰਡੀਆ 'ਚ ਸੀਜ਼ਨਲ ਇੰਪਲੋਇਮੈਂਟ ਹੁੰਦੀ, ਕਦੀ ਮੰਨ ਲਓ ਜਿਹੜੇ ਇੱਧਰ ਜਿੱਥੇ ਜਿਹੜੀ ਚੀਜ਼ ਦਾ ਸੀਜ਼ਨ ਹੋਇਆ ਉੱਥੇ ਲੋਕ ਕੰਮ ਕਰਨ ਚੱਲ ਜਾਂਦੇ ਨੇ, ਬਟ ਜਦੋਂ ਸੀਜ਼ਨ ਖਤਮ ਹੋ ਗਿਆ ਫਿਰ ਅਨਇੰਪਲੋਇਮੈਂਟ ਜਨਰੇਟ ਹੋਏਗੀ, ਉਹਨੂੰ ਓਵਰਕਮ ਕਰਨ ਲਈ ਕਿਹੜੀ ਸਮਾਲ ਸਕੇਲ ਇੰਡਸਟਰੀ ਲਾ ਸਕਦੀ ਅਤੇ ਵਰਕਰਾਂ ਕੰਮ ਕਰ ਸਕਦੇ। ਲਾਰਜ ਸਕੇਲ ਇੰਡਸਟਰੀ ਜਿਹੜੀ ਹੁੰਦੀ ਆ ਉਹ ਕੀ ਕਹਿੰਦੀ ਹੈ, ਉਹ ਜ਼ਿਆਦਾਤਰ ਸਪੈਸ਼ਲਾਈਜ਼ਡ ਬੰਦਿਆਂ ਨੂੰ ਜਾ ਰੱਖਣਾ ਪਸੰਦ ਕਰਦੀ ਹੈ ਐਜ਼ ਕੰਪੇਅਰ ਟੂ ਹਲਕੇ ਅਨਟ੍ਰੇਨਡ ਬੰਦਿਆਂ ਨੂੰ। ਜਿਹੜੀ ਸਮਾਲ ਸਕੇਲ ਇੰਡਸਟਰੀ 'ਚ ਪ੍ਰੋਡਕਸ਼ਨ ਕੀ ਹੁੰਦੀ ਹੈ, ਤੇਜ਼ ਹੁੰਦੀ ਹੈ ਅਤੇ ਉਹਦੇ 'ਚ ਕੀ ਹੁੰਦਾ ਹੈ, ਜਲਦੀ ਹੋਏਗੀ ਪ੍ਰੋਡਕਸ਼ਨ ਅਤੇ ਕੋਸਟ ਇੰਨੀ ਜ਼ਿਆਦਾ ਨਹੀਂ ਹੋਏਗੀ ਉਹਨਾਂ ਦੇ ਪ੍ਰੋਡਕਟ ਦੀ। ਜਦ ਕਿ ਲਾਰਜ ਸਕੇਲ ਇੰਡਸਟਰੀ ਦੇ ਪ੍ਰੋਡਕਟ ਬਣਾਉਣ 'ਚ ਕੀ ਟਾਈਮ ਲੱਗ ਸਕਦਾ ਅਤੇ ਉਹਨਾਂ ਦੇ ਕੋਸਟ ਜ਼ਿਆਦਾਤਰ ਮਹਿੰਗੇ ਹੀ ਹੁੰਦੇ, ਇਨਫਲੇਸ਼ਨ ਹੁੰਦੀ ਉਹਨਾਂ ਜ਼ਿਆਦਾ। ਸਮਾਲ ਬੈਲੈਂਸ ਗਰੋਥ ਹੁੰਦੀ ਕੰਟਰੀ ਦੀ। ਇਹਦਾ ਹੁਣ ਸਮਾਲ ਸਕੇਲ ਇੰਡਸਟਰੀ ਤਾਂ ਕਿਤੇ ਵੀ ਲਾਈ ਜਾ ਸਕਦੀ ਹੈ, ਬਟ ਜਦ ਕਿ ਲਾਰਜ ਸਕੇਲ ਇੰਡਸਟਰੀ ਕਿਤੇ ਇੱਕ ਪਰਟੀਕੂਲਰ ਏਰੀਆ ਜਿੱਥੇ ਜ਼ਿਆਦਾਤਰ ਇੰਡਸਟਰੀ ਹੁੰਦੀ ਉੱਥੇ ਲੱਗ ਜਾਂਦੀ, ਜਾ ਕੇ ਉੱਥੇ ਰॉ ਮਟੀਰੀਅਲ ਜ਼ਿਆਦਾ ਹੁੰਦਾ, ਉੱਥੇ ਫਿਰ ਇਹਨਾਂ ਕਿ ਉਹਦਾ ਰੀਜਨਲ ਇੰਬੈਲੈਂਸ ਕ੍ਰੀਏਟ ਹੋ ਜਾਂਦਾ ਲਾਰਜ ਸਕੇਲ ਇੰਡਸਟਰੀ ਨਾਲ। ਸਮਾਲ ਯੂਨਿਟ ਫੋਲੋ ਇਕੁਐਲਿਟੀ ਦਾ ਪ੍ਰਿੰਸੀਪਲ ਹੁੰਦਾ, ਜਦ ਕਿ ਇਹਦੇ ਵਿੱਚ ਪਾਵਰ ਜਾਂ ਲਾਰਜ ਸਕੇਲ ਇੰਡਸਟਰੀ 'ਚ ਇੱਕ ਟੌਪ 'ਤੇ ਹੈਡ ਲੱਗਾ ਹੁੰਦਾ, ਜ਼ਿਆਦਾਤਰ ਡਿਸੀਜ਼ਨ ਉਹੀ ਲੈਣ 'ਤੇ ਹੁੰਦਾ। ਅਤੇ ਸਮਾਲ ਸਕੇਲ ਇੰਡਸਟਰੀ 'ਚ ਲੋਕਲ ਰਿਸੋਰਸਿਸ ਯੂਜ਼ ਕੀਤੇ ਜਾਂਦੇ, ਜਦ ਕਿ ਇਹ ਤੋਂ ਬਾਹਰ ਤੁਹਾਨੂੰ ਚੀਜ਼ਾਂ ਲੈਣੀਆਂ ਪੈਂਦੀਆਂ, ਹਾਵੀ ਮਸ਼ੀਨਰੀ ਲੈਣੀ ਪੈਂਦੀ ਹੈ, ਜਿੱਦਾਂ ਕਿ ਤੁਹਾਨੂੰ ਕੋਸਟ ਆਫ ਪ੍ਰੋਡਕਸ਼ਨ ਕਾਫੀ ਹਾਈ ਹੋ ਜਾਂਦੀ ਹੈ। ਠੀਕ ਹੈ ਜੀ। ਡਾਇਵਰਸੀਫਿਕੇਸ਼ਨ ਮਤਲਬ ਕਿ ਹੁਣ ਬਹੁਤ ਸਾਰਾ ਸਮਾਲ ਸਕੇਲ ਇੰਡਸਟਰੀਜ਼ ਕੀ ਵੱਖੋ ਵੱਖਰੇ ਏਰੀਆ ਚਲਾਈ ਜਾ ਸਕਦੀ, ਇਹਨਾਂ ਕੀ ਡਾਇਵਰਸੀਫਿਕੇਸ਼ਨ ਹੋ ਜਾਏਗੀ। ਜਦ ਕਿ ਲਾਰਜ ਸਕੇਲ ਇੰਡਸਟਰੀ ਜਿੱਥੇ ਜ਼ਿਆਦਾਤਰ ਰॉ ਮਟੀਰੀਅਲ ਹੁੰਦੇ, ਸਾਰੀ ਇੰਡਸਟਰੀ ਉੱਥੇ ਜਾਣਾ ਪਸੰਦ ਕਰ ਲੈਂਦੀਆਂ ਤਾਂ ਕਿ ਉਹਨਾਂ ਦਾ ਕੋਸਟ ਘੱਟ ਜਾਏ, ਅਤੇ ਇਸ ਕਰਕੇ ਉਹਨਾਂ ਨਾਲ ਕੀ ਹੁੰਦਾ ਹੈ, ਕੰਸਨਟ੍ਰੇਸ਼ਨ ਹੋ ਜਾਂਦੀ ਹੈ ਲਾਰਜ ਸਕੇਲ ਇੰਡਸਟਰੀ ਦੀ, ਕੰਸਨਟ੍ਰੇਸ਼ਨ ਐਟ ਅ ਪਰਟੀਕੂਲਰ ਪਲੇਸ। ਲਾਰਜ ਸਕੇਲ ਯੂਨਿਟ ਸਮਟਾਈਮ ਪ੍ਰੂਵ ਟੂ ਬੀ ਬਰਡਨ ਔਨ ਫੋਰਨ ਐਕਸਚੇਂਜ, ਕਿਉਂਕਿ ਤੁਸੀਂ ਕੀ ਕਰਨਾ, ਤੁਹਾਨੂੰ ਆਪਣੇ ਰਿਜ਼ਰਵਸ ਦੇਣੇ ਪੈਂਦੇ ਬਾਹਰੋਂ ਚੀਜ਼ਾਂ ਮੰਗਵਾਉਣ ਵਾਸਤੇ, ਇੰਪੋਰਟ ਕਰਨ ਵਾਸਤੇ। ਕਰਕੇ ਸਮਾਲ ਸਕੇਲ ਇੰਡਸਟਰੀ ਕਰਦਾ, ਤੁਸੀਂ ਜਿਹੜਾ ਸਮਾਨ ਇੱਥੇ ਬਣਾਇਆ ਬਾਹਰ ਐਕਸਪੋਰਟ ਕਰਕੇ ਅਤੇ ਬਾਹਰੋਂ ਫੋਰਨ ਐਕਸਚੇਂਜ ਲਿਆ ਸਕਦੇ ਹੋ। ਅਤੇ ਸਮਾਲ ਸਕੇਲ ਇੰਡਸਟਰੀ ਜਿਹੜੇ ਪ੍ਰੋਡਕਟ ਹੋਣਗੇ ਜ਼ਿਆਦਾਤਰ ਜਿਹੜੇ ਬੰਦੇ ਉੱਥੋਂ ਲੋਕਲ ਜਿਹੜੇ ਬੰਦੇ ਹੁੰਦੇ ਉਹਨਾਂ ਦੇ ਨੀਡ ਦੇ ਅਕੋਰਡਿੰਗ ਹੁੰਦੇ ਆ, ਜਦ ਕਿ ਇਹ ਹੋ ਸਕਦਾ ਜਿਹੜਾ ਲਾਰਜ ਸਕੇਲ ਇੰਡਸਟਰੀ ਦੇ ਪ੍ਰੋਡਕਟ ਹੋਣ ਉਹ ਲੋਕਲ ਬੰਦੇ ਨੂੰ ਧਿਆਨ 'ਚ ਰੱਖ ਕੇ ਨਾ ਬਣਾਏ ਗਏ ਹੋਣ, ਅਤੇ ਉਹ ਬਾਹਰ ਇੰਡਸਟਰੀਆਂ 'ਚ ਬਾਹਰ ਦੀ ਇੰਪੋਰਟ ਨੂੰ ਧਿਆਨ ਵਿੱਚ ਰੱਖ ਕੇ ਬਣਾਏ ਹੋਣ, ਅਤੇ ਕੁਆਲਿਟੀ ਨਾਲੇ ਮਹਿੰਗੇ ਵੀ ਹੋਣ, ਲੋਕਲ ਲੋਕ ਵਰਤਣ ਹੀ ਨਾ। ਕਿਉਂਕਿ ਬੇਟਾ ਹੁਣ ਸਮਾਲ ਸਕੇਲ ਇੰਡਸਟਰੀ 'ਚ ਕੀ ਹੁੰਦਾ, ਪਾਵਰ ਡਿਸਟਰੀਬਿਊਸ਼ਨ ਜ਼ਿਆਦਾ ਹੁੰਦੀ, ਕੋਹਰੈਂਸ ਜ਼ਿਆਦਾ ਹੁੰਦੀ ਹੈ, ਇਸ ਕਰਕੇ ਲੋਕਾਂ ਦੇ ਵਿੱਚ ਕੰਫਲਿਕਟ ਘੱਟ ਹੁੰਦੇ ਆ। ਜਦ ਕਿ ਲਾਰਜ ਸਕੇਲ ਇੰਡਸਟਰੀ ਵਿੱਚ ਆਪਸ 'ਚ ਲੋਕਾਂ ਦੇ ਮਤਲਬ ਕਿ ਡਿਫਰੈਂਸਿਸ ਹੋਣ ਦੇ ਚਾਂਸ ਕੀ ਹੁੰਦੇ ਆ, ਜ਼ਿਆਦਾ ਹੁੰਦੇ ਆ। ਬਟ ਇਹਦਾ ਮਤਲਬ ਕੀ ਹੈਗਾ, ਕਿਆ ਸਮਾਲ ਸਕੇਲ ਇੰਡਸਟਰੀਜ਼ ਲਾਰਜ ਸਕੇਲ ਇੰਡਸਟਰੀਜ਼ ਕੀ ਮਿਲ ਜੁਲ ਕੇ ਕੰਮ ਨਹੀਂ ਕਰ ਸਕਦੇ? ਹੋ ਸਕਦਾ ਜਿਹੜੇ ਪਾਰਟਸ ਜਿਹੜੇ ਇੰਪੋਰਟ ਕਰਦੇ ਪਈ ਆ ਸਮਾਲ ਸਕੇਲ ਇੰਡਸਟਰੀ ਬਣਾ ਕੇ ਇਹਨਾਂ ਨੂੰ ਦੇ ਦੇ, ਇਹਨਾਂ ਨਾਲ ਕੀ ਹੋਏਗਾ ਨਾ, ਇਹ ਇਹਨਾਂ ਦੇ ਏਰੀਏ 'ਚ ਕੰਮ ਕਰਨਗੇ, ਇਹਨਾਂ ਨੂੰ ਆਪਣਾ ਪ੍ਰੋਫਿਟ ਮਿਲਦਾ ਰਹੇਗਾ, ਇਹਨਾਂ ਨਾਲ ਬਾਹਰ ਕੋਸਟ ਆਫ ਪ੍ਰੋਡਕਸ਼ਨ ਘੱਟ ਜਾਏਗਾ। ਠੀਕ ਹੈ ਜੀ। तो ये आपस में मिल के भी काम कर सकते हैं। ठीक है ना। चलो अगर तुसी स्मॉल स्केल इंडस्ट्री लानी है तो किस तरह लानी है, हाउ टू सेट स्टार्ट स्मॉल स्केल इंडस्ट्री। ठीक है। स्मॉल स्केल इंडस्ट्री तुसी अपॉर्चुनिटी वेख सकते हो, तो अपॉर्चुनिटी वेखनी है पहले, अगर तुसी वेखनी है सब तो पहले तुहानू की लाना पेगा, पहले सोचोगे
ਲੋਕਾਂ ਦੀ ਡਿਮਾਂਡ ਵੇਖਣੀ ਪਏਗੀ ਕਿ ਲੋਕ ਚਾਹੁੰਦੇ ਨੇ, ਕਿਹੜੀ ਸਰਵਿਸ ਚਾਹੁੰਦੇ ਨੇ, ਉਸ ਹਿਸਾਬ ਨਾਲ ਤੁਸੀਂ ਉਹਨੂੰ ਸੋਚਣਾ ਹੈ। ਫਿਰ ਬਾਅਦ ਤੁਸੀਂ ਇੱਕ ਵਾਰੀ ਬਹਿ ਕੇ ਸੋਚਣਾ ਹੈ ਕਿ ਜਿਹੜਾ ਆਈਡੀਆ ਤੁਸੀਂ ਸੋਚਿਆ ਹੈ ਕਿਆ ਤੁਹਾਨੂੰ ਇਨਫ ਮੋਟੀਵੇਸ਼ਨ ਦੇਣ ਕਿ ਤੁਸੀਂ ਆਪਣਾ ਮਤਲਬ ਇੰਡਸਟਰੀ ਲਾਉਣ ਦੀ ਸੋਚੋ ਜਾਂ ਅੱਗੇ ਵੱਡਾ ਨੂੰ ਸੋਚੋ, ਕਿਆ ਉਹ ਵਾਕਈ ਵਾਇਬਲ ਬਿਜ਼ਨਸ ਆਪਸ਼ਨ ਹੈਗੀ ਆ ਉਸ ਏਰੀਆ 'ਚ। ਇਹ ਨਹੀਂ ਕਿ ਉਹਦੇ ਨਾਲ ਦੇ ਕੰਪੀਟੀਟਰ ਬੜੇ ਕਿਸੇ ਨੂੰ ਨਕਲ ਮਾਰ ਕੇ ਤੁਸੀਂ ਪ੍ਰੋਡਕਟ ਬਣਾਉਣਾ ਸ਼ੁਰੂ ਕਰਤਾ ਅਤੇ ਉਹਦੀ ਵੀ ਮਾਰਕੀਟ ਘੱਟ ਗਈ, ਤੁਹਾਡੀ ਵੀ ਮਾਰਕੀਟ ਘੱਟ ਗਈ, ਅਤੇ ਨਾਲੇ ਨਵੇਂ ਬੰਦੇ ਨੂੰ ਸੇਲ ਕਰਨ 'ਚ ਔਖ ਵੀ ਆਉਂਦੀ ਹੈ। ਡਜ਼ ਇਟ ਮੈਚ ਦ ਨੀਡਸ ਆਫ ਯਰ, ਜਿਹੜੇ ਤੁਸੀਂ ਲੋਕਾਂ ਨੂੰ ਆਪਣੇ ਟਾਰਗੇਟ ਕੀਤਾ ਹੈ, ਕਿਆ ਉਹਨਾਂ ਨੂੰ ਇਹ ਟਾਰਗੇਟ ਕਰ ਰਿਹਾ ਜਿਹੜਾ ਪ੍ਰੋਡਕਟ ਤੁਸੀਂ ਆਪਣੇ ਮਨ 'ਚ ਸੋਚਿਆ, ਸੋਲੂਸ਼ਨ ਸੋਚਿਆ। ਚੈੱਕ ਇਟ ਆਊਟ ਵਿਦ ਦ ਬੇਸਿਕ ਮਾਰਕੀਟ ਰਿਸਰਚ, ਟੈਸਟ ਇਟ ਆਊਟ ਇਨ ਮਾਰਕੀਟ ਪਲੇਸ। ਫਿਰ ਬਾਅਦ 'ਚ ਥੋੜ੍ਹਾ ਬਹੁਤ ਜਿੰਨੇ ਪੀਸਿਸ ਆਪਣਾ ਆਈਡੀਆ ਬਣਾਇਆ ਤੁਸੀਂ, ਉਹ ਪ੍ਰੋਡਕਟ ਜਿਹੜਾ ਤੁਸੀਂ ਸੋਚਿਆ ਬਣਾਇਆ, ਉਹ ਛੋਟੀ ਜਿਹੀ ਮਾਰਕੀਟ 'ਚ ਜਾ ਕੇ ਦੇਖੋ ਕਿਆ ਵਾਕਈ ਸੇਲ ਹੁੰਦੀ ਹੈ। ਜੇ ਨਹੀਂ ਹੋ ਰਹੀ ਤਾਂ ਕੁਝ ਕਿਸ ਤਰ੍ਹਾਂ ਉਹਨੂੰ ਹੋਰ ਇੰਪਰੂਵ ਕਰਨ ਵਾਸਤੇ ਐਕਸਪਰਟਸ ਨਾਲ ਕੰਸਲਟ ਕਰ ਸਕਦੇ ਹੋ। ਫਿਰ ਕੰਪੀਟੀਸ਼ਨ ਜਿਹੜਾ ਹੈਗਾ ਉਹਦੇ ਨਾਲ ਦਾ ਕੀ ਪਤਾ, ਹੁਣ ਜੇ ਤੁਸੀਂ ਇੱਦਾਂ ਦਾ ਪ੍ਰੋਡਕਟ ਬਣਾਓਗੇ ਜਿਹੜੇ ਹੋਰ ਹੀ 10-15 ਕੰਪਨੀਆਂ ਬਣਾਉਣਗੀਆਂ, ਤੁਹਾਡੇ ਇੱਕ ਪ੍ਰੋਡਕਟ ਦੀ ਸੇਲ ਹੋਣ ਦੇ ਚਾਂਸ ਘੱਟ ਹੋਣਗੇ, ਬਟ ਜੇ ਤੁਸੀਂ ਉੱਥੇ ਇਕੱਲੇ ਹੀ ਬੰਦੇ ਹੋਗੇ ਤੁਹਾਡੇ ਸੇਲ ਹੋਣ ਦੇ ਚਾਂਸ ਕੀ ਹੋਣਗੇ, ਜ਼ਿਆਦਾ ਹੋਣਗੇ। ਇਜ਼ ਇਟ ਨਵੀਂ ਇੰਡਸਟਰੀ ਹੈ, ਯੋਰ ਬਿਜ਼ਨਸ ਓਪਰਚੁਨਿਟੀ, ਪ੍ਰੋਜੈਕਟ ਕੰਸੈਪਚੁਅਲਾਈਜੇਸ਼ਨ, ਯਾਨੀ ਕਿ ਅਗਰ ਜੋ ਤੁਸੀਂ ਸੋਚ ਰਹੇ ਹੋ ਵਾਕਈ ਉਹ ਪ੍ਰੋਜੈਕਟ ਬਾਅਦ 'ਚੋਂ ਤੁਸੀਂ ਉਹਨੂੰ ਕੈਰੀ ਆਊਟ ਕਰ ਸਕਦੇ ਹੋ ਕਿ ਐਵੇਂ ਹਵਾ 'ਚ ਹੀ ਗੱਲਾਂ ਕਰ ਰਹੇ ਹੋ, ਠੀਕ ਹੈ ਨਾ। ਇਹ ਸਭ ਚੀਜ਼ਾਂ ਤੁਸੀਂ ਸੋਚਣੀਆਂ ਬਿਫੋਰ ਸਟਾਰਟਿੰਗ ਅ ਸਮਾਲ ਸਕੇਲ ਇੰਡਸਟਰੀ। ਪਹਿਲੇ ਤੁਸੀਂ ਆਈਡੀਆ ਸੋਚਣਾ, ਆਈਡੀਆ ਤੋਂ ਬਾਅਦ ਸਭ ਕੁਝ ਇਹ ਸੋਚਣਾ, ਠੀਕ ਹੈ ਜੀ। ਜਦੋਂ ਤੁਸੀਂ ਪ੍ਰੋਜੈਕਟ ਨੂੰ ਕੰਸੈਪਚੁਅਲਾਈਜ਼ ਕਰਨਾ, ਉਹਦੇ ਵਿੱਚ 4 P ਇੰਪੋਰਟੈਂਟ ਹੁੰਦੇ ਆ। ਪ੍ਰੋਡਕਟ ਕੀ, ਜੋ ਤੁਸੀਂ ਪ੍ਰੋਡਕਟ ਬਣਾਉਂਦੇ ਹੋ ਉਹਦਾ ਸਾਈਜ਼ ਕੀ ਹੋਏਗਾ, ਸ਼ੇਪ ਕੀ ਹੈ, ਨੇਚਰ ਕੀ ਹੈ ਜੀ, ਪ੍ਰੋਸੈਸ ਕਿਸ ਤਰੀਕੇ ਨਾਲ ਤੁਸੀਂ ਉਹ ਪ੍ਰੋਡਕਟ ਬਣਾਓਗੇ, ਕੀ ਯੂਜ਼ ਕਰਕੇ ਟੈਕਨੋਲੋਜੀ ਯੂਜ਼ ਕਰਕੇ ਪ੍ਰੋਡਕਟ ਬਣਾਓਗੇ, ਪਲੇਸ ਕਿੱਥੇ ਤੁਸੀਂ ਆਪਣਾ ਜਿਹੜਾ ਇੰਡਸਟਰੀ ਸੈਟਅਪ ਕਰੋਗੇ, ਠੀਕ ਹੈ ਜੀ। ਪਾਰਟਨਰ ਕਿਆ ਕਿਤੇ ਤੁਹਾਨੂੰ ਬਾਹਰ ਕਿਸੇ ਬੰਦੇ ਨੂੰ ਨਾਲ ਜੋੜਨ ਦੀ ਲੋੜ ਪੈਣੀ ਹੈ ਕਿ ਨਹੀਂ ਪੈਣੀ, ਇਹ ਸਭ ਚੀਜ਼ਾਂ ਤੁਸੀਂ ਆਪਣੇ ਪ੍ਰੋਜੈਕਟ ਨੂੰ ਕੰਸੈਪਚੁਅਲਾਈਜ਼ ਕਰਨ ਤੋਂ ਪਹਿਲਾਂ ਸੋਚਣੀਆਂ ਨੇ, ਦੌਰਾਨ ਸੋਚਣੀਆਂ ਨੇ। 14 ਪੁਆਇੰਟ ਤੁਸੀਂ ਪੜ੍ਹੋਗੇ ਜਿਹੜੇ ਕਿ ਤੁਸੀਂ ਅਗਰ ਸਮਾਲ ਸਕੇਲ ਇੰਡਸਟਰੀ ਲਾਉਣ ਦੀ ਸੋਚ ਰਹੇ ਹੋ ਤਾਂ ਉਹ 14 ਪੁਆਇੰਟ ਜਿਹੜੇ ਹੁਣ ਅਗਲੇ ਨੇ ਉਹ ਤੁਹਾਨੂੰ ਗਾਈਡ ਕਰਨਗੇ ਕਿਸ ਤਰ੍ਹਾਂ ਤੁਸੀਂ ਆਪਣੀ ਸਮਾਲ ਸਕੇਲ ਇੰਡਸਟਰੀ ਲਾਉਣੀ ਹੈ, ਠੀਕ ਹੈ ਜੀ। ਸਭ ਤੋਂ ਪਹਿਲਾਂ ਸਿਲੈਕਸ਼ਨ ਆਫ ਪ੍ਰੋਡਕਟ, ਤੁਸੀਂ ਸਭ ਤੋਂ ਪਹਿਲਾਂ ਪ੍ਰੋਡਕਟ ਹੀ ਸੋਚੋਗੇ ਨਾ, ਕੀ ਬਣਾਉਣਾ ਚਾਹੁੰਦੇ ਹੋ ਉਹੀ ਸੋਚੋਗੇ ਨਾ। ਸਿਲੈਕਸ਼ਨ ਆਫ ਪ੍ਰੋਡਕਟ ਇਜ਼ ਦਾ ਫਸਟ ਐਂਡ ਦਾ ਫੋਰਮੋਸਟ। ਤੁਸੀਂ ਵੇਖਣਾ ਹੈ ਕਿ ਜੋ ਪ੍ਰੋਡਕਟ ਤੁਸੀਂ ਬਣਾਉਣ ਜਾ ਰਹੇ ਹੋ ਉਹ ਲੋਕਲ ਮਾਰਕੀਟ ਨੂੰ ਟਾਰਗੇਟ ਕਰ ਰਿਹਾ ਕਿ ਨਹੀਂ ਕਰ ਰਿਹਾ ਹੈ, ਉਹਨਾਂ ਨੀਡਸ ਪੂਰੀਆਂ ਕਰ ਰਿਹਾ, ਉਹਨਾਂ ਦੀ ਪ੍ਰੋਬਲਮ ਸੋਲਵ ਕਰ ਰਿਹਾ ਕਿ ਨਹੀਂ ਕਰ ਰਿਹਾ, ਅਤੇ ਕਿੰਨਾ ਖਰਚਾ ਆਏਗਾ ਉਹਨੂੰ ਬਣਾਉਣ ਵਾਸਤੇ, ਤੁਹਾਡੇ ਕੋਲ ਟੈਕਨੋਲੋਜੀ ਕਿੰਨੀ ਹੈਗੀ ਹੈ, ਪੈਸੇ ਕਿੰਨੇ ਹੈਗੇ ਹੈ, ਠੀਕ ਹੈ ਜੀ। ਇਹ ਸਭ ਤੁਹਾਨੂੰ ਪਹਿਲਾਂ ਹੀ ਸੋਚਣਾ ਪਏਗਾ ਜਦੋਂ ਤੁਸੀਂ ਕੀ ਕਰਦੇ ਪਏ ਹੋ, ਸਿਲੈਕਸ਼ਨ ਆਫ ਪ੍ਰੋਡਕਟ ਕਰਦੇ ਪਏ ਹੋ, ਠੀਕ ਹੈ। ਪਹਿਲੇ ਤੁਸੀਂ ਅਗਰ ਪ੍ਰੋਡਕਟ ਸਿਲੈਕਟ ਕਰਨਾ ਹੈ ਤਾਂ ਕਿੱਦਾਂ ਸਿਲੈਕਟ ਕਰ ਸਕਦੇ ਹੋ, ਮਾਰਕੀਟ ਸਰਵੇ ਕਰੋ ਟੂ ਸਟੱਡੀ ਦ ਕਸਟਮਰ ਰਿਕੁਆਇਰਮੈਂਟ ਐਂਡ ਡਿਮਾਂਡ ਆਫ ਦ ਪ੍ਰੋਡਕਟ ਇਨ ਦ ਮਾਰਕੀਟ। ਜਾਂ ਪ੍ਰੋਡਕਟ ਬਣਾਉਣ ਦੀ ਸੋਚ ਰਹੇ ਹੋ, ਉਹਦੀ ਕਿਹੜਾ ਪ੍ਰੋਡਕਟ ਕਸਟਮਰ ਜ਼ਿਆਦਾ ਮੰਗ ਰਿਹਾ ਹੈ ਅਤੇ ਕਿੰਨੀ ਕੁ ਡਿਮਾਂਡ ਹੈਗੀ ਇਹਦੀ, ਅਤੇ ਸਟੱਡੀ ਹੋਰ ਫਿਰ ਇੱਕ ਵਾਰੀ ਤੁਸੀਂ ਉਹ ਵੇਖਿਆ। ਫਿਰ ਦੂਜਾ ਕੀ ਪੁਆਇੰਟ ਹੋਏਗਾ ਕਿ ਕਿੰਨੇ ਹੋਰ ਕੰਪਨੀਆਂ ਹੈਗੀਆਂ ਜਿਹੜੀਆਂ ਉਸ ਪ੍ਰੋਡਕਟ ਨੂੰ ਬਣਾਉਂਦੇ, ਸਟੱਡੀ ਦ ਕੰਪੀਟੀਟਰਸ ਪ੍ਰੋਡਕਟਸ ਐਂਡ ਸਟ੍ਰੈਟਜੀ ਥਰੂ ਰਿਗਾਰਡਿੰਗ ਜਿਹੜੀ ਹੈ ਕਿੱਦਾਂ ਉਹ ਕਿੰਨੀ ਕੰਪਨੀਜ਼ ਹੋਰ ਬਣੇ, ਕਿਹੜੇ ਰੇਟ 'ਤੇ ਵੇਚ ਰਹੀਆਂ, ਪ੍ਰਾਈਜ਼ ਕਿੰਨਾ ਸੈਟਿਸਫੈਕਸ਼ਨ ਦੇ ਪਾ ਰਹੀ ਹੈ, ਸਰਵਿਸ ਕਿੰਨੀ ਵਧੀਆ ਦੇ ਰਹੀ ਹੈ, ਕੁਆਲਿਟੀ ਕਿੱਦਾਂ ਦੀ ਹੈ, ਨੇਚਰ ਆਫ ਡਿਮਾਂਡ ਕਿਆ ਉਹ ਸੀਜ਼ਨਲ ਡਿਮਾਂਡ ਤਾਂ ਨਹੀਂ ਕਿ ਸਾਲ 'ਚ 1-2 ਮਹੀਨੇ ਡਿਮਾਂਡ ਹੈ ਬਾਅਦ 'ਚੋਂ ਸਾਰਾ ਸਾਲ ਕੰਪਨੀ ਬੰਦ ਥੋੜ੍ਹਾ ਰੱਖੋਗੇ, ਕੰਟੀਨਿਊਸ ਹੋਣੀ ਚਾਹੀਦੀ ਡਿਮਾਂਡ, ਫਲਕਚੁਏਟਿੰਗ ਨਹੀਂ ਹੋਣੀ ਚਾਹੀਦੀ। ਇਨਕਮ ਆਫ ਕਸਟਮਰ, ਜਿਹੜਾ ਕਸਟਮਰ ਤੁਸੀਂ ਟਾਰਗੇਟ ਕਰਨਾ ਚਾਹੁੰਦੇ ਹੋ ਕਿੱਦਾਂ ਦਾ ਹੈਗਾ ਹੈ, ਮਤਲਬ ਪੈਸੇ ਖਰਚਣ ਵਾਲਾ ਹੈਗਾ ਕਿ ਘੱਟ ਖਰਚਣ ਵਾਲਾ ਹੈਗਾ, ਠੀਕ ਹੈ। ਪੋਸੀਬਿਲਿਟੀ ਆਫ ਡਿਮਾਂਡ ਇੰਕਰੀਜ਼, ਕਿਆ ਫਰਦਰ ਉਸ ਪ੍ਰੋਡਕਟ ਦੀ ਡਿਮਾਂਡ ਵਧੇਗੀ ਕਿ ਘਟੇਗੀ। ਸਟੱਡੀ ਦਾ ਫਾਈਨੈਂਸ਼ੀਅਲ ਕਿੰਨਾ ਪੈਸਾ ਤੁਹਾਡਾ ਲੱਗ ਜਾਏਗਾ, ਟੈਕਨੀਕਲ ਨੌਲੇਜ ਕਿੰਨੇ ਕੁ ਤੁਹਾਨੂੰ ਕੋਲ ਟੈਕਨੀਕਲ ਉਹਦੇ ਸਾਊਂਡ ਬੰਦੇ ਅਵੇਲੇਬਲ ਹੈਗੇ ਆ, ਐਕਸਪੀਰੀਅੰਸ ਕਿੰਨੇ ਬੰਦੇ ਤੁਹਾਡੇ ਕੋਲ, ਐਕਸਪੀਰੀਅੰਸ ਤੁਹਾਨੂੰ ਕਿੰਨਾ ਐਕਸਪੀਰੀਅੰਸ ਹੈਗਾ ਉਸ ਪ੍ਰੋਡਕਟ ਦੇ ਰਿਗਾਰਡਿੰਗ, ਅਤੇ ਕਿੰਨੇ ਕੁ ਬੰਦੇ ਤੁਹਾਨੂੰ ਐਕਸਪੀਰੀਅੰਸ ਮਿਲ ਜਾਣਗੇ ਉੱਦਾਂ ਦੇ ਉਸ ਕੰਮ ਨੂੰ ਪੂਰਾ ਕਰਨ ਵਾਸਤੇ। ਫਾਈਂਡ ਆਊਟ ਦ ਚਾਂਸਿਸ ਆਫ ਐਕਸਪੋਰਟ ਆਫ ਦ ਪ੍ਰੋਡਕਟ, ਕਿੰਨੇ ਚਾਂਸਿਸ ਹੈਗੇ ਕਿ ਉਹ ਬਾਅਦ ਜਿਹੜਾ ਪ੍ਰੋਡਕਟ ਬਣਾਇਆ ਤੁਸੀਂ ਉਹਨੂੰ ਐਕਸਪੋਰਟ ਵੀ ਕਰ ਸਕਦੇ ਹੋ। ਇਹ ਸਭ ਚੀਜ਼ਾਂ ਤੁਸੀਂ ਸੋਚਣੀਆਂ ਬਿਫੋਰ ਤੁਸੀਂ ਕੋਈ ਸਿਲੈਕਸ਼ਨ ਕਰਨੀ ਹੈ ਪ੍ਰੋਡਕਟ ਦੀ, ਜਿਹੜਾ ਕਿ ਤੁਸੀਂ ਆਪਣੀ ਜਿਹਦੀ ਤੁਸੀਂ ਕੀ ਸੋਚਣ ਦੀ ਕਰਦੇ ਪਏ ਹੋ, ਸਮਾਲ ਸਕੇਲ ਇੰਡਸਟਰੀ ਲਾਉਣ ਦੀ ਸੋਚਦੇ ਪਏ ਹੋ। ਸਭ ਤੋਂ ਪਹਿਲਾਂ ਸਭ ਤੋਂ ਫੋਰਮੋਸਟ ਥਿੰਕ ਹੈਗੀ ਹੈ ਜੋ ਚੀਜ਼ ਬਣਾਉਣੀ ਹੈ ਉਹ ਪ੍ਰੋਡਕਟ ਦੀ ਸਿਲੈਕਸ਼ਨ, ਅਤੇ ਉਹ ਪ੍ਰੋਡਕਟ ਦੀ ਸਿਲੈਕਸ਼ਨ ਕਰਨ ਲੱਗਿਆ ਇਹ 10 ਪੁਆਇੰਟ ਤੁਸੀਂ ਆਪਣੇ ਮਾਈਂਡ 'ਚ ਸੋਚਣੇ ਹੈ, ਠੀਕ ਹੈ ਜੀ। 9 ਪੁਆਇੰਟ ਸੌਰੀ। ਫਿਰ ਬਾਅਦ 'ਚੋਂ ਲੋਕੇਸ਼ਨ ਆਫ ਐਂਟਰਪ੍ਰਾਈਜ਼, ਜਿਹੜਾ ਪਲਾਂਟ ਜਿੱਥੇ ਤੁਸੀਂ ਪ੍ਰੋਡਕਟ ਬਣਾਉਣਾ ਹੈ ਉਹ ਪਲਾਂਟ ਕਿੱਥੇ ਲੋਕੇਟ ਕਰਨਾ ਹੈ, ਲੋਕੇਟ ਉੱਥੇ ਕਰਨਾ ਹੈ, ਕਿਹੜੀ ਚੀਜ਼ਾਂ ਨਿਰਧਾਰਿਤ ਕਰਨਗੀਆਂ। ਸਭ ਤੋਂ ਪਹਿਲੀ ਕਿ ਜਿੱਥੇ ਨਾਂ ਦੀ ਸੋਚਦੇ ਪਏ ਹੋ ਉੱਥੋਂ ਦੀ ਸਟੇਟ ਗਵਰਨਮੈਂਟ ਜਾਂ ਸੈਂਟਰਲ ਗਵਰਨਮੈਂਟ ਉਹਦੀ ਪੋਲਿਸੀਜ਼ ਕੀ ਹੈਗੀਆਂ, ਠੀਕ ਹੈ ਜੀ। ਪਲਾਂਟ ਜਿਹੜਾ ਹੈ ਈਜ਼ੀਲੀ ਅਪਰੋਚੇਬਲ, ਉਹਨੂੰ ਉੱਤੇ ਟਰਾਂਸਪੋਰਟੇਸ਼ਨ ਸੌਖੀ ਹੋ, ਅਪਰੋਚੇਬਲ ਬਾਏ ਰੋਡ ਹੋਵੇ, ਉੱਥੇ ਲਾਗੇ ਜਾ ਕੇ ਜਿਹੜਾ ਪ੍ਰੋਡਕਟ ਤੁਸੀਂ ਬਣਾਉਣਾ ਹੈ ਉਹਨੂੰ ਜਿਹੜਾ ਕੱਚਾ ਮਾਲ ਚਾਹੀਦਾ ਉਹਨੂੰ ਬਣਾਉਣ ਵਾਸਤੇ ਉੱਥੇ ਈਜ਼ੀਲੀ ਅਵੇਲੇਬਿਲਿਟੀ ਆਫ ਇਨਪੁਟ ਰॉ ਮਟੀਰੀਅਲ। ਜੇ ਤੁਸੀਂ ਦੂਰੋਂ ਰॉ ਮਟੀਰੀਅਲ ਲੈ ਕੇ ਆਓਗੇ ਤੁਹਾਨੂੰ ਉਹਦੀ ਟਰਾਂਸਪੋਰਟੇਸ਼ਨ ਪੈ ਜਾਏਗੀ, ਤੁਹਾਡਾ ਫਾਈਨਲ ਕੋਸਟ ਆਪਣੇ ਆਪ ਵੱਧ ਜਾਏਗਾ। ਤੁਸੀਂ ਆਪਣਾ ਪ੍ਰੋਡਕਟ ਸਸਤਾ ਅਤੇ ਵਧੀਆ ਬਣਾਉਣਾ ਹੈ।
ਅਵੇਲੇਬਿਲਿਟੀ ਆਫ ਐਫੀਸ਼ੀਐਂਟ ਐਂਡ ਚੀਪ ਲੇਬਰ, ਜਿਹੜੀ ਮੈਨ ਪਾਵਰ ਤੋਂ ਯੂਜ਼ ਕਰੇ ਤੁਹਾਨੂੰ ਉਹ 'ਤੇ ਖਰਚਾ ਘੱਟ ਕਰਨਾ ਪਵੇ। ਤਾਂ ਹੀ ਕਰਕੇ ਜ਼ਿਆਦਾਤਰ ਇੰਡਸਟਰੀਜ਼ ਵੇਖੋ ਚਾਈਨਾ 'ਚ ਹੈਗੀਆਂ ਨੇ, ਜਾਂ ਇੰਡੀਆ 'ਚ ਤਾਂ ਨਹੀਂ ਹੈਗੀਆਂ, ਚਾਈਨਾ 'ਚ ਬਹੁਤ ਇੰਡਸਟਰੀ, ਇੰਡੋਨੇਸ਼ੀਆ, ਵੀਅਤਨਾਮ, ਠੀਕ ਹੈ ਜੀ, ਕਿਉਂ ਹੈਗੀਆਂ ਨੇ? ਕਿਉਂਕਿ ਲੇਬਰ ਸਸਤੀ ਹੈ ਉੱਥੇ, ਉਹਨਾਂ ਕੰਟਰੀ 'ਚ ਪੋਪੂਲੇਸ਼ਨ ਜ਼ਿਆਦਾ ਹੋਣ ਕਰਕੇ। ਪ੍ਰੋਕਸੀਮਿਟੀ ਟੂ ਮਾਰਕੀਟਸ, ਹੁਣ ਤੁਹਾਡਾ ਜਿੱਥੇ ਤੁਸੀਂ ਪ੍ਰੋਡਕਟ ਵੇਚਣਾ ਹੈ ਉਹ ਪਲਾਂਟ ਜਿਹੜਾ ਹੈ ਉਹ ਤੋਂ ਬੜੀ ਦੂਰ ਨਾ ਹੋਵੇ, ਤਾਂ ਕਿ ਜਿੱਥੇ ਤੁਸੀਂ ਪ੍ਰੋਡਕਟ ਤਿਆਰ ਕੀਤਾ ਹੈ ਤੇ ਮਾਰਕੀਟ ਦੇ ਵਿੱਚ ਟਰਾਂਸਪੋਰਟੇਸ਼ਨ ਕੋਸਟ ਅਗਰ ਜ਼ਿਆਦਾ ਹੈਗਾ, ਫਾਈਨਲ ਪ੍ਰੋਡਕਟ ਦਾ ਕੋਸਟ ਵੱਧ ਜਾਏਗਾ। ਤੁਸੀਂ ਕੋਸਟ ਘੱਟ ਤੋਂ ਘੱਟ ਰੱਖਣ ਦੀ ਕੋਸ਼ਿਸ਼ ਕਰਨੀ ਹੈ। ਜੈਨਰਸ ਬਿਜ਼ਨਸ ਕਲਾਈਮੇਟ ਇਨ ਦ ਰੀਜਨ, ਯਾਨੀ ਕਿੰਨੀ ਕੰਪੀਟੀਟਿਵਨੈਸ ਹੈਗੀ ਹੈ, ਬਾਕੀ ਕਿੰਨੇ ਕੰਪਨੀਆਂ ਸੇਮ ਪ੍ਰੋਡਕਟ ਅਪਲਾਈ ਕਰਦੀਆਂ। ਹੋਰ ਐਨਵਾਇਰਨਮੈਂਟ ਕਿੱਦਾਂ ਰਹਿੰਦਾ ਹੈ ਨਾ, ਸਾਲ ਦੇ 12 ਚੋਂ 10 ਮਹੀਨੇ ਵੈਦਰ ਖਰਾਬ ਰਹਿੰਦਾ, ਤੁਹਾਡੇ ਪ੍ਰੋਡਕਟ ਦੀ ਸੇਲ ਹੀ ਨਾ ਹੋਵੇ। ਸਰਵਿਸ ਐਂਡ ਐਂਸੀਲਰੀ ਇੰਡਸਟਰੀਜ਼, ਹੋਰ ਤੁਸੀਂ ਆਪਣੀ ਸਰਵਿਸ ਕਿੱਦਾਂ ਦੇ ਸਕਦੇ ਹੋ, ਅਤੇ ਨਾਲੇ ਹੋਰ ਜਿਹੜੇ ਤੁਹਾਨੂੰ ਰॉ ਮਟੀਰੀਅਲ ਪ੍ਰੋਵਾਈਡ ਕਰਦੀਆਂ ਇੰਡਸਟਰੀਜ਼, ਉਹ ਤੁਹਾਡੇ ਤੋਂ ਕਿੰਨੀ ਕੁ, ਤੁਹਾਡੇ ਪਲਾਂਟ ਤੋਂ ਕਿੰਨੀ ਕੁ ਦੂਰ, ਇਸ ਹਿਸਾਬ ਨਾਲ ਤੁਸੀਂ ਆਪਣਾ ਜਿੱਥੇ ਤੁਸੀਂ ਪਲਾਂਟ ਲਾਉਣਾ ਹੈ ਆਪਣੇ ਪ੍ਰੋਡਕਟ ਦਾ, ਉਸ ਤੁਸੀਂ ਲੋਕੇਸ਼ਨ ਸਿਲੈਕਟ ਕਰਨੀ ਹੈ। ਪ੍ਰੀਪਰੇਸ਼ਨ ਆਫ ਪ੍ਰੋਜੈਕਟ ਰਿਪੋਰਟ, ਪ੍ਰੋਜੈਕਟ ਰਿਪੋਰਟ ਕੀ ਹੈਗਾ ਵਾ? ਪ੍ਰੋਜੈਕਟ ਰਿਪੋਰਟ ਜਿਹੜਾ ਤੁਸੀਂ ਇੰਡਸਟਰੀ ਲਾਉਣ ਦੀ ਸੋਚ ਰਹੇ ਹੋ, ਉਹਦੇ ਬਾਰੇ ਸਾਰਾ ਰਿਪੋਰਟ ਵਿੱਚ ਸਾਰਾ ਕੁਝ ਮੈਂਸ਼ਨ ਹੋਣਾ ਚਾਹੀਦਾ, ਵੀ ਕਿੰਨਾ ਖਰਚਾ ਆਏਗਾ, ਵੀ ਕਿੱਦਾਂ ਤੁਸੀਂ ਆਪਣਾ ਪ੍ਰੋਡਕਟ ਬਾਈ ਕਰੋਗੇ, ਠੀਕ ਹੈ ਜੀ, ਕਿੱਥੋਂ ਕੀ ਚੀਜ਼ਾਂ ਲਓਗੇ, ਠੀਕ ਹੈ। ਉਹਦੇ ਵਿੱਚ ਪ੍ਰੋਜੈਕਟ ਰਿਪੋਰਟ ਵਿੱਚ ਸਾਰਾ ਵੇਰਵਾ ਹੁੰਦਾ ਹੈ। ਪ੍ਰੋਜੈਕਟ ਰਿਪੋਰਟ ਇਜ਼ ਸਿੰਪਲ ਡਾਟਾ ਸ਼ੀਟ ਵਿਚ ਗਿਵਸ ਅ ਬਰੀਫ ਆਊਟਲਾਈਨ ਆਫ ਦ ਪ੍ਰੋਜੈਕਟ ਦੈਟ ਟੈਲਸ ਅਸ ਦ ਵਾਇਬਿਲਿਟੀ ਆਫ ਦ ਪ੍ਰੋਜੈਕਟ। ਉਹ ਪ੍ਰੋਜੈਕਟ ਰਿਪੋਰਟ ਸਭ ਕੁਝ ਦੱਸ ਦੇਗਾ ਕਿ ਪ੍ਰੋਜੈਕਟ ਪੋਸੀਬਲ ਹੈਗਾ ਵੀ ਹੈ ਕਿ ਨਹੀਂ ਹੈਗਾ, so as to help the entrepreneur to decide whether it is worth pursuing further or not। ਇਸ ਤਰ੍ਹਾਂ ਤੁਹਾਨੂੰ ਪਤਾ ਲੱਗ ਜਾਏਗਾ ਤੁਸੀਂ ਜਿਹੜਾ ਪ੍ਰੋਜੈਕਟ ਸੋਚ ਰਹੇ ਹੋ ਉਹ ਵਾਕਈ ਕਰਨ ਲਾਇਕ ਹੈ ਵੀ ਕਿ ਨਹੀਂ ਹੈਗਾ। ਪ੍ਰੋਜੈਕਟ ਰਿਪੋਰਟ 'ਚ ਕੀ ਮੈਂਸ਼ਨ ਹੋਣਾ ਚਾਹੀਦਾ? ਸਭ ਤੋਂ ਪਹਿਲਾਂ ਪ੍ਰੋਜੈਕਟ ਰਿਪੋਰਟ 'ਚ ਕਲੀਅਰਲੀ, ਸਭ ਤੋਂ ਪਹਿਲਾਂ ਪ੍ਰੋਜੈਕਟ ਰਿਪੋਰਟ ਇਹ ਦੱਸੇ ਕਿ ਜੋ ਪ੍ਰੋਜੈਕਟ ਕਰਨ ਜਾ ਰਹੇ ਹੋ ਉਹਦੇ ਗੋਲ ਕੀ ਹੈਗੇ, ਉਹਦੇ ਵਿੱਚ ਕਲੀਅਰਲੀ ਮੈਂਸ਼ਨ ਹੋਣਾ ਚਾਹੀਦਾ ਓਬਜੈਕਟਿਵਸ ਅਤੇ ਗੋਲ, ਠੀਕ ਹੈ ਜੀ। ਏਮ ਕੀ ਹੈ ਜਿਹੜਾ ਤੁਸੀਂ ਉਹ ਪ੍ਰੋਜੈਕਟ ਦੇ ਥਰੂ ਅਚੀਵ ਕਰਨਾ ਚਾਹੋਗੇ, ਠੀਕ ਹੈ ਜੀ। ਹੁਣ ਤੁਹਾਨੂੰ ਜਿਹੜੀਆਂ ਫੈਸਿਲਿਟੀਆਂ ਤੁਹਾਡੇ ਕੋਲ ਹੈਗੀਆਂ ਨੇ ਉਸ ਪ੍ਰੋਜੈਕਟ ਨੂੰ ਪੂਰਾ ਕਰਨ ਵਾਸਤੇ ਉਹ ਮੈਂਸ਼ਨ ਹੋਣ। ਇਟ ਸ਼ੁੱਡ ਪ੍ਰੋਵਾਈਡ ਡਿਟੇਲਸ ਆਫ ਐਗਜ਼ਿਸਟਿੰਗ ਫੈਸਿਲਿਟੀਜ਼ ਸੱਚ ਐਜ਼ ਇਨਫਰਾਸਟਰਕਚਰ, ਫੈਸਿਲਿਟੀਜ਼ ਆਫ ਸੋਸ਼ਲ ਐਨਵਾਇਰਨਮੈਂਟ, ਹਿਊਮਨ ਸੋਰਸਿਸ ਅਵੇਲੇਬਲ, ਉਹ ਸਾਰਾ ਕੁਝ ਤੁਹਾਨੂੰ ਪ੍ਰੋਜੈਕਟ ਰਿਪੋਰਟ ਵਿੱਚ ਦੱਸਣਾ ਪਏਗਾ। ਇਟ ਸ਼ੁੱਡ ਆਲਸੋ ਪ੍ਰੋਵਾਈਡ ਪ੍ਰੋਜੈਕਟ ਕੰਟਰੀਬਿਊਸ਼ਨ ਟੂ ਫਿਲ ਦ ਗੈਪ ਬਿਟਵੀਨ, ਹੁਣ ਪ੍ਰੋਜੈਕਟ ਜਿਹੜਾ ਤੁਸੀਂ ਪ੍ਰੋਜੈਕਟ ਸੋਚ ਰਹੇ ਹੋ ਕਿਸ ਤਰ੍ਹਾਂ ਡਿਮਾਂਡ ਅਤੇ ਸਪਲਾਈ ਨੂੰ ਕਿੱਦਾਂ ਫਿਲ ਕਰੇਗਾ, ਉਹ ਚੀਜ਼ ਵੀ ਪ੍ਰੋਜੈਕਟ ਰਿਪੋਰਟ ਵਿੱਚ ਦੱਸੀ ਹੋਣੀ ਚਾਹੀਦੀ ਹੈ। ਟੈਕਨੀਕਲ ਕਿੰਨਾ ਕੁ ਟੈਕਨੀਕਲ ਤੁਹਾਡੇ ਕੋਲ ਰॉ ਮਟੀਰੀਅਲ ਵਗੈਰਾ ਅਵੇਲੇਬਲ ਹੈਗਾ, ਸਾਰਾ ਕੁਛ, ਕਿੰਨੀ ਮੈਨ ਪਾਵਰ ਅਵੇਲੇਬਲ ਹੈਗੀ ਹੈ, ਕਿੱਦਾਂ ਦੇ ਪਲਾਂਟ ਹੈਗੇ ਨੇ, ਉਹ ਸਾਰਾ ਕੁਝ ਜਿੰਨਾ ਹੋਏਗਾ ਉਹ ਦੱਸਣਾ ਪਏਗਾ। ਕਿੰਨਾ ਖਰਚਾ ਆਏਗਾ, ਫਾਈਨੈਂਸ਼ੀਅਲ ਐਸਪੈਕਟ, ਉਹ ਵੀ ਸਾਰਾ ਕੁਝ ਤੁਹਾਨੂੰ ਉਹਦੇ ਵਿੱਚ ਦੱਸਣਾ ਪਏਗਾ ਪ੍ਰੋਜੈਕਟ ਰਿਪੋਰਟ ਵਿੱਚ। ਫਿਰ ਬਾਅਦ ਇੱਕ ਵਾਰੀ ਤੁਹਾਨੂੰ ਸਾਰਾ ਕੁਝ ਪਤਾ ਲੱਗ ਜਾਏਗਾ ਅਤੇ ਲਾਸਟ ਹੋਏਗਾ ਕਿ ਤੁਹਾਨੂੰ ਆਪਣੇ ਆਪ ਜਦੋਂ ਪ੍ਰੋਜੈਕਟ ਰਿਪੋਰਟ ਬਣਾਓਗੇ ਤੁਹਾਨੂੰ ਪਤਾ ਲੱਗ ਜਾਏਗਾ ਕਿ ਭਾਈ ਸਾਹਿਬ ਤੁਹਾਡਾ ਪ੍ਰੋਜੈਕਟ ਵਾਕਈ ਕਰਨ ਲਾਇਕ ਹੈ ਕਿ ਨਹੀਂ ਹੈਗਾ, ਠੀਕ ਹੈ ਜੀ। ਫਿਰ ਬਾਅਦ ਚੌਥਾ ਪੁਆਇੰਟ ਜਿਹੜਾ ਤੁਸੀਂ ਸੋਚਣਾ ਆਫਟਰ ਫॉर ਸੈਟਿੰਗ ਡਿਸਾਈਡਿੰਗ ਦ ਫਾਰਮ ਆਫ ਓਨਰਸ਼ਿਪ, ਵੀ ਤੁਸੀਂ ਜਿਹੜੇ ਸਮਾਲ ਸਕੇਲ ਇੰਡਸਟਰੀ ਲਾ ਰਹੇ ਹੋ ਕਿੱਦਾਂ ਦੀ ਲਾਣੀ ਹੈ। ਸੋਲ ਪ੍ਰੋਪਰਾਈਟਰਸ਼ਿਪ ਹੁੰਦਾ, ਮਤਲਬ ਕਿ ਇੱਕੋ ਬੰਦਾ ਸਾਰਾ ਮਾਲਕ ਹੋਏਗਾ। ਫੈਮਿਲੀ ਓਨਰਸ਼ਿਪ ਮਤਲਬ ਇੱਕ ਫੈਮਿਲੀ ਪੂਰੇ ਬਿਜ਼ਨਸ ਨੂੰ ਮੈਨੇਜ ਕਰੇਗੀ। ਪਾਰਟਨਰਸ਼ਿਪ ਮਤਲਬ ਕਿਸੇ ਹੋਰ ਬਾਹਰੋਂ ਵੀ ਤੁਹਾਨੂੰ ਬੰਦੇ ਨੂੰ ਆਪਣੇ ਨਾਲ ਕੋਲੈਬੋਰੇਟ ਕਰਾ ਕੇ, ਕਿਉਂਕਿ ਤੁਹਾਨੂੰ ਫਾਈਨੈਂਸਿਸ ਚਾਹੀਦੇ ਆ ਜ਼ਿਆਦਾ ਆਪਣੇ ਬਿਜ਼ਨਸ ਸਟਾਰਟ ਕਰ, ਤੁਸੀਂ ਬਾਹਰੋਂ ਬੰਦਾ ਮਿਲਾ ਕੇ ਪਾਰਟਨਰਸ਼ਿਪ ਕਰਦੇ ਹੋ ਅਤੇ ਫਿਰ ਤੁਹਾਡੀ ਪਾਰਟਨਰਸ਼ਿਪ 'ਚ ਬਿਜ਼ਨਸ ਚੱਲਦਾ, ਠੀਕ ਹੈ ਜੀ। ਠੀਕ ਹੈ, ਇੱਕ ਵਾਰੀ ਪ੍ਰੋਜੈਕਟ ਰਿਪੋਰਟ ਸਭ ਤੋਂ ਪਹਿਲਾਂ ਪ੍ਰੋਡਕਟ ਸਿਲੈਕਟ ਕੀਤਾ, ਫਿਰ ਕਿੱਥੇ ਲਾਣਾ ਹੈ ਪ੍ਰੋਜੈਕਟ ਉਹ ਸੈੱਟ ਕੀਤਾ, ਪ੍ਰੋਜੈਕਟ ਰਿਪੋਰਟ ਤਿਆਰ ਕੀਤੀ, ਫਿਰ ਓਨਰਸ਼ਿਪ ਕਿਸ ਤਰ੍ਹਾਂ ਦੀ ਹੋਏਗੀ। ਫਿਰ ਬਾਅਦ 'ਚ ਤੁਹਾਡਾ ਜੇ ਪ੍ਰੋਜੈਕਟ ਇੱਕ ਵਾਰੀ ਤੁਸੀਂ ਸੋਚ ਲਿਆ, ਇੰਨਾ ਕੁਛ ਸੋਚ ਲਿਆ, ਫਿਰ ਬਾਅਦ ਅਗਲਾ ਸਟੈਪ ਹੋਏਗਾ ਰਜਿਸਟ੍ਰੇਸ਼ਨ, ਕਿ ਤੁਸੀਂ ਆਪਣੀ ਸਮਾਲ ਸਕੇਲ ਇੰਡਸਟਰੀ ਨੂੰ ਰਜਿਸਟਰ ਕਰਾਉਣਾ ਹੈ। ਰਜਿਸਟਰ ਕਰਾਉਣਾ ਦਾ ਹਰ ਗਵਰਨਮੈਂਟ ਦੇ ਆਪਣੇ ਨੋਰਮਸ ਹੁੰਦੇ ਆ, ਜਿਹੜੇ ਕਿ ਹਰ ਸਮਾਲ ਸਕੇਲ ਇੰਡਸਟਰੀ ਵਾਸਤੇ ਕੀ ਹੁੰਦੇ ਆ, ਸੇਮ ਹੁੰਦੇ ਆ। ਥੋੜ੍ਹਾ ਬਹੁਤ ਚੇਂਜ ਕਰਦੇ ਰਹਿੰਦੇ ਆ ਬਟ ਜ਼ਿਆਦਾ ਜਨਰਲੀ ਕੀ ਰਹਿੰਦੇ ਆ, ਸੇਮ ਰਹਿੰਦੇ ਆ, ਠੀਕ ਹੈ ਜੀ। ਜਿਹੜੀ ਤੁਹਾਡੀ ਰਜਿਸਟ੍ਰੇਸ਼ਨ ਹੈ ਉਹ ਦੋ ਤਰ੍ਹਾਂ ਦੀ ਮਿਲ ਸਕਦੀ ਹੈ ਤੁਹਾਨੂੰ ਕੰਪਨੀ ਵਿੱਚ, ਆਪਣੀ ਇੰਡਸਟਰੀ ਦਾ ਪ੍ਰੋਵੀਜ਼ਨਲ ਅਤੇ ਪਰਮਾਨੈਂਟ। ਅੱਗੇ ਜਾ ਕੇ ਆਪਾਂ ਡਿਟੇਲ 'ਚ ਪੜ੍ਹਾਂਗੇ। ਇਹਨਾਂ ਨੂੰ ਪ੍ਰੋਵੀਜ਼ਨਲ ਹੁੰਦਾ ਥੋੜ੍ਹੇ ਟਾਈਮ ਵਿੱਚ, ਇਹ ਹੁੰਦਾ ਜਦੋਂ ਤੁਸੀਂ ਹਾਲੇ ਪਲਾਂਟ ਸਟਾਰਟ ਕੀਤਾ ਨਹੀਂ ਹੈ, ਉਹਨੂੰ ਜਦੋਂ ਤੁਸੀਂ ਬਣਾਉਣਾ ਹੈ ਪੂਰਾ, ਹਾਲੇ ਤੱਕ ਉਹਦੀ ਬਿਲਡਿੰਗ ਵਗੈਰਾ ਖੜੀ ਕਰਨੀ ਸਾਰਾ ਕੁਛ, ਉਹਦੇ ਦੌਰਾਨ ਜਦੋਂ ਤੁਸੀਂ ਹਾਲੇ ਆਪਣਾ ਇੱਕ ਰਿਪੋਰਟ ਤਿਆਰ ਕੀਤੀ ਕਿ ਮੈਂ ਇਹ ਚੀਜ਼ ਕਰਨਾ ਚਾਹੁੰਦਾ ਹੈ, ਤੁਸੀਂ ਸਰਕਾਰ ਕੋਲ ਲੈ ਕੇ ਜਾਂਦੇ ਹੋ ਪਲਾਨ ਜਿਹਾ, ਤਾਂ ਉਹਦੇ ਕੋਲ ਫਨਾਂਸ ਮੰਗਦੇ ਹੋ, ਸਾਰਾ ਕੁਛ ਆਪਣੀ NOCs ਵਗੈਰਾ ਇਕੱਠੀ ਕਰਕੇ ਆਪਣਾ ਪਲਾਂਟ ਬਣਾਉਣ ਦੀ ਤਿਆਰੀ ਕਰਦੇ। ਜਦੋਂ ਪਲਾਂਟ ਬਣ ਜਾਂਦਾ, ਰੈਡੀ ਹੋ ਜਾਂਦਾ, ਜੋ ਵਰਕਿੰਗ ਸਟੇਜ 'ਚ ਪਲਾਂਟ ਜਾਣ ਵਾਲਾ ਹੁੰਦਾ ਕਿ ਹਾਂ ਹੁਣ ਮੈਂ ਪ੍ਰੋਡਕਸ਼ਨ ਸਟਾਰਟ ਕਰ ਸਕਦਾ, ਉਦੋਂ ਤੁਹਾਨੂੰ ਕੀ ਮਿਲਦੀ ਹੈ, ਪਰਮਾਨੈਂਟ ਰਜਿਸਟ੍ਰੇਸ਼ਨ। ਉਸ ਤੋਂ ਪਹਿਲਾਂ ਕੀ ਮਿਲੀ ਹੁੰਦੀ ਹੈ, ਪ੍ਰੋਵੀਜ਼ਨਲ, ਤਾਂ ਕਿ ਤੁਸੀਂ ਆਪਣਾ ਪਲਾਂਟ ਸਟਾਰਟ ਹੁਣ 'ਚ ਲਿਆ ਸਕੋ, ਠੀਕ ਹੈ ਜੀ।
ਤੇ ਜਦੋਂ ਤੁਸੀਂ ਇੱਕ ਵਾਰੀ ਰਜਿਸਟ੍ਰੇਸ਼ਨ ਮਿਲ ਗਈ ਫਿਰ ਤੁਸੀਂ ਕਰੋਗੇ ਆਪਣੇ ਫਾਈਨਾਂਸ ਅਰੇਂਜ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਕਿ ਜਿਹੜਾ ਸਭ ਤੋਂ ਪਹਿਲਾਂ ਤੁਹਾਨੂੰ ਪ੍ਰੋਵੀਜ਼ਨਲ ਰਜਿਸਟ੍ਰੇਸ਼ਨ ਮਿਲ ਜਾਏਗੀ, ਜਿੰਨਾ ਕਿ ਤੁਸੀਂ ਆਪਣਾ ਫਾਈਨਾਂਸ ਅਰੇਂਜ ਕਰ ਸਕਦੇ ਹੋ। ਜਿਹੜਾ ਖਰਚਾ ਲੱਗਣਾ ਹੈ ਤੁਹਾਡੇ ਕੋਲ ਆਪਣੇ ਕੋਲ ਪੈਸੇ ਹੋਣਗੇ, ਫਿਰ ਵੀ ਤੁਹਾਨੂੰ ਲੋਨ ਚਾਹੀਦੇ ਹੋਣਗੇ। ਲੋਨ ਕਿੱਦਾਂ ਦੇ ਹੋਣਗੇ? ਲੋਨ ਜਾਂ ਤਾਂ ਹੋਣਗੇ ਲੌਂਗ ਟਰਮ ਜਾਂ ਮੀਡੀਅਮ ਟਰਮ ਜਾਂ ਸ਼ਾਰਟ ਟਰਮ ਹੋਣਗੇ, ਜਾਂ ਰਿਸਕ ਕੈਪੀਟਲ ਹੋਏਗੀ ਥੋੜ੍ਹੀ ਜਿਹੀ, ਮੰਨ ਲਓ ਕੋਈ ਲਾਸ ਹੋ ਜਾਏ ਤਾਂ ਰਿਸਕ ਨੂੰ ਕਵਰ ਕਰਨ ਵਾਸਤੇ ਸੀਡ ਕੈਪੀਟਲ, ਮਤਲਬ ਇਨੀਸ਼ੀਅਲੀ ਤੁਸੀਂ ਜਿਹੜੀ ਮਨੀ ਪਾਣੀ ਪਏਗੀ ਤੁਹਾਨੂੰ ਆਪਣੇ ਕੋਲੋਂ ਕਿ ਤੁਸੀਂ ਆਪਣਾ ਪ੍ਰੋਡਕਸ਼ਨ ਸਟਾਰਟ ਕਰ ਸਕੋ। ਬ੍ਰਿਜ ਲੋਨ ਥੋੜ੍ਹੇ ਬਹੁਤ ਜਿਹੜੇ ਤੁਹਾਨੂੰ ਵਿੱਚ ਲੈਣੇ ਪੈ ਸਕਦੇ ਨੇ। ਕਿਹੜੇ ਇੰਸਟੀਟਿਊਸ਼ਨ ਹੈ ਜਿਹੜੇ ਤੁਹਾਨੂੰ ਕੀ ਲੋਨ ਦੇ ਸਕਦੇ ਨੇ? SIDIBI ਮਤਲਬ ਸਮਾਲ ਇੰਡਸਟਰੀਜ਼ ਡਿਵੈਲਪਮੈਂਟ ਬੈਂਕ ਆਫ ਇੰਡੀਆ, SFC ਸਟੇਟ ਲੈਵਲ ਫਾਈਨੈਂਸ਼ੀਅਲ ਕਾਰਪੋਰੇਸ਼ਨ, ਇਹ ਤੁਹਾਨੂੰ ਫੁੱਲ ਫਾਰਮ ਪੁੱਛ ਸਕਦੇ ਨੇ, ਇੱਕ ਨੰਬਰ 'ਚ ਆ ਸਕਦੀਆਂ ਨੇ, ਧਿਆਨ ਨਾਲ ਰੱਖਣਾ। NSIC ਨੈਸ਼ਨਲ ਸਮਾਲ ਇੰਡਸਟਰੀ ਕਾਰਪੋਰੇਸ਼ਨ, ਸਮਾਲ ਇੰਡਸਟਰੀ ਡਿਵੈਲਪਮੈਂਟ ਕਾਰਪੋਰੇਸ਼ਨ ਆਫ ਵੇਰੀਅਸ ਸਟੇਟਸ, ਕਮਰਸ਼ੀਅਲ ਅਤੇ ਕੋਆਪਰੇਟਿਵ ਬੈਂਕਸ ਵਗੈਰਾ ਵੀ ਤੁਹਾਨੂੰ, DIC ਡਿਸਟ੍ਰਿਕਟ ਇੰਡਸਟਰੀ ਸੈਂਟਰਸ, ਇਹਨਾਂ ਸਾਰੀ ਇੰਸਟੀਟਿਊਸ਼ਨਸ ਕੋਲ ਤੁਹਾਨੂੰ ਲੋਨ ਮਿਲ ਸਕਦਾ ਹੈ ਟੂ ਸੈਟ ਅਪ ਯੋਰ ਸਮਾਲ ਸਕੇਲ ਇੰਡਸਟਰੀ। ਜਿਹੜੇ ਲੌਂਗ ਟਰਮ ਅਤੇ ਮੀਡੀਅਮ ਟਰਮ ਲੋਨ ਹੁੰਦੇ ਨੇ ਉਹ ਤੁਹਾਨੂੰ ਕੌਣ ਦੇ ਸਕਦੇ ਨੇ? ਸਟੇਟ ਫਾਈਨੈਂਸ਼ੀਅਲ ਕਾਰਪੋਰੇਸ਼ਨ ਦਿੰਦੀਆਂ ਅਤੇ SIDBIs ਦੇ ਦਿੰਦੀਆਂ, ਅਤੇ ਸਟੇਟ ਬੈਂਕਸ ਵੀ ਦੇ ਸਕਦੇ ਤੁਹਾਨੂੰ ਇਹ ਲੋਨ, ਠੀਕ ਹੈ ਜੀ। ਇਹ ਜਿਹੜੇ ਟਰਮ ਲੋਨ ਹੁੰਦੇ ਨੇ ਨਾ, ਇਹ ਤੁਹਾਨੂੰ ਮਿਲਦੇ ਕਿਸੇ ਗਿਰਵੀ ਰੱਖ ਕੇ ਕੋਈ ਚੀਜ਼ਾਂ ਆਪਣੀ, ਮਤਲਬ ਕਿ ਆਪਣੇ ਜਾਂ ਤੁਸੀਂ ਆਪਣੀ ਕੰਪਨੀ ਦੇ ਕੁਛ ਸ਼ੇਅਰ ਜਿਹੜੇ ਕਿ ਸਟਾਕਸ ਹੁੰਦੇ ਨੇ ਉਹਨਾਂ ਨੂੰ ਗਿਰਵੀ ਰੱਖ ਦਿੰਦੇ ਹੋ, ਉਹਨਾਂ ਦੇ ਕੁਛ ਜਿਹੜੀ ਇਕਵਿਪਮੈਂਟ ਤੁਸੀਂ ਬਾਈ ਕੀਤੇ ਉਹਨਾਂ ਨੂੰ ਕਹਿੰਦੇ ਵੀ ਗਿਰਵੀ ਰੱਖ ਲਓ, ਠੀਕ ਹੈ, ਬਾਅਦ 'ਚ ਛੁਡਾ ਲਾਂਗੇ, ਠੀਕ ਹੈ। ਇਹ ਸਾਰਾ ਕੁਛ ਆਉਂਦਾ ਹੈ, ਠੀਕ ਹੈ। ਬਾਅਦ 'ਚ ਤੁਹਾਨੂੰ ਜਿਹੜਾ ਇੱਕ ਹੁੰਦਾ ਕਿ ਕਿਹੜਾ ਚਾਹੀਦਾ ਹੁੰਦਾ ਵਾ, ਕੀ ਕਹਿੰਦੇ ਆ ਜਿਹਨੂੰ ਕੀ ਕਹਿੰਦੇ ਹੈਗੇ ਆ, ਵਰਕਿੰਗ ਕੈਪੀਟਲ ਲੋਨ। ਵਰਕਿੰਗ ਕੈਪੀਟਲ ਕੀ ਹੁੰਦਾ? ਜਿਹੜੇ ਤੁਹਾਨੂੰ ਜਦੋਂ ਤੁਸੀਂ ਕੰਮ ਕਰੋਗੇ, ਖਰਚੇ ਚਲਾਉਣਾ, ਆਪਣੇ ਬੰਦੇ ਨੂੰ ਤਨਖਾਹਾਂ ਦੇਣ ਵਾਸਤੇ ਵੀ ਲੋਨ ਲੈਣ ਦੀ ਲੋੜ ਪੈ ਸਕਦੀ ਹੈ, ਉਹ ਵੀ ਤੁਹਾਨੂੰ ਲੋਨ, ਉਹ ਲੋਨ ਤੁਹਾਨੂੰ ਕੌਣ ਦੇ ਸਕਦਾ ਹੈਗਾ? ਸੱਚ ਲੋਨਸ ਆ ਕਮਰਸ਼ੀਅਲ ਬੈਂਕ ਤੁਹਾਨੂੰ ਵਰਕਿੰਗ ਕੈਪੀਟਲ ਲੋਨ ਦੇ ਦਿੰਦੇ ਹੈਗੇ, ਠੀਕ ਹੈ ਜੀ। ਅਤੇ ਕਦੀ ਅੱਜ ਕੱਲ੍ਹ ਤਾਂ ਹੁਣ ਇੱਦਾਂ ਦੀ ਸਕੀਮਾਂ ਆ ਗਈਆਂ ਨੇ ਕਿ ਇੱਕੋ ਸਿੰਗਲ ਵਿੰਡੋ ਸਕੀਮ ਆ ਗਈ ਹੈ। ਸਿੰਗਲ ਵਿੰਡੋ ਸਕੀਮ ਕੀ ਤੁਹਾਨੂੰ ਟਰਮ ਲੋਨ ਵੀ ਮਿਲ ਜਾਏਗਾ ਇੱਕੋ ਜਗ੍ਹਾ ਤੋਂ, ਅਤੇ ਤੁਹਾਨੂੰ ਵਰਕਿੰਗ ਕੈਪੀਟਲ ਲੋਨ ਵੀ ਮਿਲ ਜਾਏਗਾ ਇੱਕੋ ਜਗ੍ਹਾ ਤੋਂ, ਤੁਹਾਨੂੰ ਵੱਖਰੀ ਜਗ੍ਹਾ ਤੋਂ ਲੋਨ ਲੈਣ ਦੀ ਲੋੜ ਨਹੀਂ ਹੈਗੀ। ਦਿਸ ਇਜ਼ ਕਾਲਡ ਸਿੰਗਲ ਵਿੰਡੋ ਸਕੀਮ, ਠੀਕ ਹੈ ਜੀ। ਸਿੰਗਲ ਅਤੇ ਵਰਕਿੰਗ ਕੈਪੀਟਲ ਲੋਨ ਕਿਸ ਤਰ੍ਹਾਂ ਮਿਲਦਾ ਜੀ? ਉਹ ਆਪਣੇ ਸ਼ੇਅਰ ਗਿਰਵੀ ਰੱਖ ਦਿਓ, ਤੁਹਾਡੇ ਅਤੇ ਕੀ ਅਤੇ ਵਰਕ ਇਨ ਪ੍ਰੋਗਰੈਸ, ਐਡਵਾਂਸ ਅਗੇਂਸਟ ਬਿੱਲ, ਠੀਕ ਹੈ ਜੀ। ਬਿੱਲ ਜਿਹੜੇ ਤੁਸੀਂ ਲੈਣੇ ਆ ਬਾਹਰ ਲੋਕਾਂ ਕੋਲ, ਉਹਨਾਂ ਦੇ ਅਗੇਂਸਟ ਵੀ ਤੁਹਾਨੂੰ ਮਿਲ ਸਕਦਾ ਵਾ ਵਰਕਿੰਗ ਕੈਪੀਟਲ ਲੋਨ, ਠੀਕ ਹੈ ਜੀ। ਤੁਸੀਂ ਲੋਨ ਲੈਣਾ ਵਾ, ਠੀਕ ਹੈ ਜੀ, ਉਹਦੇ ਵਾਸਤੇ ਤੁਹਾਨੂੰ ਐਪਲੀਕੇਸ਼ਨ ਲਾਉਣੀ ਪੈਣੀ। ਐਪਲੀਕੇਸ਼ਨ ਵਿੱਚ ਕੀ ਚਾਹੀਦਾ? ਸਭ ਤੋਂ ਪਹਿਲਾਂ ਡਾਕੂਮੈਂਟ ਲੱਗੇਗਾ ਜਿੱਥੇ ਕਿ ਲੋਨ ਲਈ ਅਪਲਾਈ ਕਰਨਾ ਹੈ। ਫਿਰ ਬਾਅਦ ਤੁਹਾਡੀ ਕੰਪਨੀ ਦੀ ਬੈਲੈਂਸ ਸ਼ੀਟ ਵਗੈਰਾ, ਪ੍ਰੋਫਿਟ ਲਾਸ ਸਭ ਕੁਛ ਲਿਖਿਆ ਹੋਏਗਾ ਫॉर ਲਾਸਟ 3 ਤੁਹਾਡੇ ਕੋਲ ਜਿਹੜੀ ਪਹਿਲੇ ਤੁਹਾਡੇ 3 ਸਾਲ ਦੀ, ਪਿਛਲੇ 3 ਸਾਲ ਦੀ ਕੋਈ ਤੁਹਾਡੇ ਬੈਂਕ ਦੀ ਡਿਟੇਲ ਲੱਗੇਗੀ। ਫਿਰ ਬਾਅਦ 'ਚੋਂ ਇਨਕਮ ਟੈਕਸ ਰਿਟਰਨ ਦੀ ਕਾਪੀਆਂ ਲੱਗਣਗੀਆਂ। ਪ੍ਰੂਫ ਆਫ ਤੁਹਾਡੇ ਜਿੱਥੇ ਤੁਸੀਂ ਪਲਾਂਟ ਲਾਉਣਾ ਹੈ ਉਹ ਤੁਹਾਡੀ ਬਿਲਡਿੰਗ ਤੁਹਾਡੀ ਆਪ ਦੀ ਹੈ ਅਗਰ ਤੁਸੀਂ ਕਹਿੰਦੇ ਹੋ ਤਾਂ ਉਹਦਾ ਪ੍ਰੂਫ ਆਫ ਪੋਜੈਸ਼ਨ ਲੱਗੇਗਾ। ਫਿਰ ਬਾਅਦ ਜਿੱਥੇ ਤੁਸੀਂ ਪਲਾਂਟ ਖੜਾ ਕਰਨਾ ਉਹਦੀ ਬਿਲਡਿੰਗ ਜਿੰਨਾ ਤੁਸੀਂ ਕੋਸਟ ਮੰਗਦੇ ਪਏ, ਲੋਨ ਮੰਗਦੇ ਪਏ, ਉਹਦਾ ਆਰਕੀਟੈਕਟ ਦਾ ਇੱਕ ਐਸਟੀਮੇਸ਼ਨ ਕੋਸਟ, ਕੰਸਟਰਕਸ਼ਨ ਕੋਸਟ ਦਾ ਵੀ ਤੁਹਾਡੇ ਕੋਲ ਫਾਈਲ ਪ੍ਰੂਫ ਲੱਗੇਗਾ। ਪਾਰਟਨਰਸ਼ਿਪ ਦੀ ਅਗਰ ਤੁਸੀਂ ਇੰਡਸਟਰੀ ਲਾਈਨ ਉਹਦਾ ਡਾਕੂਮੈਂਟ ਲੱਗੇਗਾ। ਪ੍ਰੋਜੈਕਟ ਰਿਪੋਰਟ ਲੱਗੇਗੀ। ਬਜਟਰੀ ਜਿੰਨਾ ਵੀ ਤੁਸੀਂ ਇਕੁਇਪਮੈਂਟ ਲੈਣੀ ਉਹਦੀ ਬਜਟ, ਜਿਹਦੇ ਅਗੇਂਸਟ ਵੀ ਲੋਨ ਲੈਣਾ ਉਹਦਾ ਬਜਟ ਵੀ ਤੁਹਾਨੂੰ ਲਾਉਣਾ ਪਏਗਾ, ਠੀਕ ਹੈ ਜੀ। ਉਸ ਤੋਂ ਬਾਅਦ ਇੱਕ ਵਾਰੀ ਤੁਸੀਂ ਇਹ ਸਾਰੇ ਕਾਗਜ਼ ਪੂਰੇ ਕਰਤੇ, ਉਸ ਤੁਹਾਨੂੰ ਬਾਅਦ ਸੈਂਕਸ਼ਨ ਲੈਟਰ ਦੇ ਦੇਗਾ। ਇਹ ਰਿਜੈਕਸ਼ਨ ਲੱਗ ਗਿਆ ਅਤੇ ਕੰਮ ਖਤਮ ਹੋ ਗਿਆ। ਸੈਂਕਸ਼ਨ ਲੈਟਰ ਲੱਗ ਗਿਆ, ਫਿਰ ਤੁਸੀਂ ਆਪਣਾ ਬਾਕੀ ਸੈਂਕਸ਼ਨ ਲੈਟਰ ਲੈ ਕੇ ਤੁਹਾਨੂੰ ਫਿਰ ਟਾਈਮ ਹੋ ਸਕਦਾ ਤੁਹਾਡਾ ਲੋਨ ਸਾਰਾ ਇੱਕੋ ਵਾਰ ਡਿਸਪਰਸ ਹੋ ਜਾਏ ਤੁਹਾਡੇ ਬੈਂਕ ਅਕਾਊਂਟ 'ਚ, ਜਾਂ ਤੁਹਾਨੂੰ ਪਾਰਟਸ 'ਚ ਦੇ ਦਿੱਤੇ ਜਾਣ ਵੀ ਇੰਨਾ ਕੰਮ ਕਰੋ ਤਾਂ ਤੁਸੀਂ ਥੋੜ੍ਹਾ ਲੋਨ ਤੁਹਾਨੂੰ ਡਿਸਪਰਸ ਹੁੰਦਾ ਰਹੇਗਾ, ਠੀਕ ਹੈ ਜੀ। ਉਸ ਤੋਂ ਬਾਅਦ ਇੱਕ ਵਾਰੀ ਲੋਨ ਲੈ ਲਿਆ, ਫਿਰ ਤਾਂ ਲੋਨ ਲੈਣ ਤੋਂ ਪਹਿਲਾਂ ਹੀ ਤੁਸੀਂ ਇੰਡਸਟਰੀ ਖੜੀ ਕਰਨੀ ਹੈ। ਲੋਨ ਲੈਣ ਤੋਂ ਪਹਿਲਾਂ ਤੁਹਾਨੂੰ ਕੁਝ ਅਪਰੂਵਲਸ ਵੀ ਲੈਣੀਆਂ ਪੈਣੀਆਂ ਇੰਡਸਟਰੀ ਖੜੀ ਕਰਨ ਵਾਸਤੇ। ਕਈ ਵੈਸੇ ਸਮਾਲ ਸਕੇਲ ਇੰਡਸਟਰੀ ਨੂੰ ਕੀ ਕਹਿੰਦੇ ਲੋਨ ਅਪਰੂਵਲਸ ਲੈਣ ਦੀ ਲੋੜ ਨਹੀਂ ਪੈਂਦੀ, ਠੀਕ ਹੈ ਜੀ। ਕੁਛ ਲਾਇਸੈਂਸ ਲੈਣ ਦੀ ਲੋੜ ਨਹੀਂ ਪੈਂਦੀ, ਬਸ ਕੁਛ 6 ਆਈਟਮ ਹੈਗੀਆਂ ਨੇ ਜਿਨ੍ਹਾਂ ਉੱਤੇ ਤੁਹਾਨੂੰ ਲਾਇਸੈਂਸ ਲੈਣਾ ਪੈਂਦਾ। ਅਦਰਵਾਈਜ਼ ਜ਼ਿਆਦਾਤਰ ਸਮਾਲ ਸਕੇਲ ਇੰਡਸਟਰੀਜ਼ ਨੂੰ ਕਹਿੰਦਾ ਐਗਜ਼ੰਪਸ਼ਨ ਹੁੰਦੀ ਹੈ ਕਿਸੇ ਵੀ ਟਾਈਪ ਦਾ ਲਾਇਸੈਂਸ ਲੈਣ। ਸਿਰਫ 6 ਪ੍ਰੋਡਕਟ ਹੈਗੇ ਨੇ ਇਹੋ ਜਿਹੇ ਜਿਨ੍ਹਾਂ 'ਚ ਤੁਹਾਨੂੰ ਲਾਇਸੈਂਸ ਲੈਣਾ ਪੈਂਦਾ, ਅਦਰਵਾਈਜ਼ ਨਹੀਂ ਲੈਣਾ ਪੈਂਦਾ, ਬਾਕੀਆਂ ਵਾਸਤੇ ਨਹੀਂ ਲੈਣਾ ਪੈਂਦਾ, ਠੀਕ ਹੈ ਜੀ। ਇਸ ਤੋਂ ਇਲਾਵਾ ਤੁਹਾਨੂੰ ਕੁਛ ਅਪਰੂਵਲਸ ਤੋਂ ਇਲਾਵਾ ਅਪਰੂਵਲ ਐਗਜ਼ੰਪਸ਼ਨ ਫਰੋਮ ਕੰਪਲਸਰੀ ਲਾਇਸੈਂਸ ਜ਼ਰੂਰੀ ਨਹੀਂ ਹੈਗਾ ਲਾਇਸੈਂਸ ਲੈਣਾ। ਕੁਛ ਕਲੀਅਰੈਂਸਿਸ ਲੈਣੇ ਪੈਂਦੇ। ਕਲੀਅਰੈਂਸਿਸ ਕਿੱਥੋਂ? ਟੈਕਸ ਡਿਪਾਰਟਮੈਂਟ ਤੋਂ, ਫਾਇਰ ਡਿਪਾਰਟਮੈਂਟ ਤੋਂ, ਵਾਟਰ ਡਿਪਾਰਟਮੈਂਟ ਤੋਂ, ਠੀਕ ਹੈ ਜੀ। ਟੈਕਸ ਡਿਪਾਰਟਮੈਂਟ ਤੋਂ ਕਿਹੜੀ ਚਾਹੀਦੇ? ਸਟੇਟ ਰਜਿਸਟ੍ਰੇਸ਼ਨ ਸੇਲ ਟੈਕਸ, ਰਜਿਸਟ੍ਰੇਸ਼ਨ ਸੈਂਟਰਲ ਐਕਸਾਈਜ਼ ਐਕਟ, ਇਨਕਮ ਟੈਕਸ ਤੋਂ ਪੇਮੈਂਟ ਆਫ ਇਨਕਮ ਟੈਕਸ, ਰਜਿਸਟ੍ਰੇਸ਼ਨ ਪਾਰਟਨਰਸ਼ਿਪ ਡੀਡ, ਕੈਲੀਬ੍ਰੇਸ਼ਨ ਆਫ ਵੇਟ ਐਂਡ ਮੇਜਰਸ, ਪਾਵਰ ਕਨੈਕਸ਼ਨ, ਇਹ ਤੁਹਾਨੂੰ ਪਾਵਰ ਵਾਲੇ ਕੋਲ ਚਾਹੀਦੀ ਹੋਈ ਕਲੀਅਰੈਂਸ। ਇੰਪਲੋਈਜ਼ ਸਟੈਂਡ ਡਿਸਾਈਡਿੰਗ ਵਿਦ 20 ਪਾਵਰਸ,
ठीक है जी। ये सब तुहानूं क्लीयरेंसिस कुछ चाहिदियां होणगियां लाइसेंस तो। एनवायरनमेंट एंड पोल्यूशन रिलेटेड क्लीयरेंसिस भी चाहिदियां होणगियां बिसाइड्स दैट क्लीयरेंसिस। ਉਹ ਦੇਖੋ ਬੇਟਾ ਵੈਸੇ ਸਿਰਫ ਇਹ 17 ਜਿਹੜੀਆਂ ਥੱਲੇ ਮੈਂਸ਼ਨ ਹੈਗੀਆਂ ਨੇ, ਇਹਨਾਂ ਤੋਂ ਇਲਾਵਾ ਕਿਤੇ ਹੋਰ ਤੁਹਾਨੂੰ ਕੋਈ ਵੀ ਐਨਵਾਇਰਨਮੈਂਟ ਦੇ ਰਿਲੇਟਡ ਕੋਈ ਵੀ ਕਲੀਅਰੈਂਸ ਨਹੀਂ ਚਾਹੀਦੀ ਹੁੰਦੀ। ਜੇ ਤੁਸੀਂ ਇੱਦਾਂ ਦੀ ਕੋਈ ਸਮਾਲ ਸਕੇਲ ਇੰਡਸਟਰੀ ਲਾਣੀ ਹੈ, ਫਰਟੀਲਾਈਜ਼ਰ ਇੰਡਸਟਰੀ ਲਾਣੀ, ਸ਼ੂਗਰ, ਸੀਮੈਂਟ, ਡਿਸਟਿਲਰੀ ਲਾਣੀ, ਐਲੂਮੀਨੀਅਮ, ਪੈਟਰੋਕੈਮੀਕਲ, ਥਰਮਲ ਪਾਵਰ, ਆਇਲ ਰਿਫਾਈਨਰੀ, ਸਲਫੂਰਿਕ ਐਸਿਡ, ਟੈਨਰੀਜ਼, कॉपर समैल्ट लाना, जिंक समैल्ट लाना, आयरन स्टील, पल्प एंड पेपर, डाई एंड इंटरमीडिएट्स, पैस्टीसाइड वगैरह की इंडस्ट्री लानी है, कोई बेसिक ड्रग एंड फार्मास्यूटिकल, तो तुहानूं एनवायरनमेंट वगैरह को पोल्यूशन वाला को साडी क्लीयरेंस लैन की लोड़ पैनी, अदरवाइज तुहानूं इसदी लोड़ नहीं पैनी। प्रोडक्ट हुण कुछ खास तरह के प्रोडक्ट तुसीं अगर बनाते पे हो अपनी स्मॉल स्केल, उन्हां विच ही तुहानूं कुछ प्रोडक्ट स्पैसीफिक क्लीयरेंसिस लैनियां पैंदियां। जिदा कि तुसीं मान लो प्रिंटिंग प्रैस लानी है, तुहाडे कोल डिस्ट्रिक्ट मजिस्ट्रेट को क्लीयरेंस लैनी पैनी है। अगर तुसीं कोल्ड स्टोरेज कंस्ट्रक्शन करनी है तो तुहानूं इत्थों स्टेट के ऑफिशियल को किसी को डेजिग्नेटेड ऑफिशियल को लैनी पैनी क्लीयरेंस। पैस्टीसाइड की कोई फैक्ट्री लाने लगे हो, सेंट्रल स्टेट एग्रीकल्चर डिपार्टमेंट मिनिस्ट्री ऑफ एग्रीकल्चर को लैनी पैनी तुहाडे कोल की कहते क्लीयरेंस। ड्रग तो फार्मास्यूटिकल के केस भी लैनी पैंदी, लाइसेंस लैना पैंदा। सेफ्टी मशीनस, फायर वर्क अगर तुसीं कोई लान लगे हो तो तुहानूं उहदा लाइसेंस ऑफ अंडर एक्सप्लोसिव एक्ट लैना पैंदा। हाउस होल्ड इलैक्ट्रिकल अपलाइंसिस तुसीं अगर सेल करने, लाइसेंस फ्रॉम ब्यूरो ऑफ इंडस्ट्री इंडियन स्टैंडर्ड्स तो लैना पेगा तुहानूं क्लीयरेंस। वुड वर्क की इंडस्ट्री लानी तो फॉरेस्ट के कोल लानी है तो तुहानूं फॉरेस्ट ऑफिसर को सर्टिफिकेट लैना पैना। मिल्क की अगर प्रोसैसिंग वगैरह मिल्क प्रोडक्ट की इंडस्ट्री को लानी है, तुहानूं अप्रूवल अंडर मिल्क एंड मिल्क प्रोडक्ट्स एक्ट के अंडर तुहानूं क्लीयरेंस लैनी पैनी है। ठीक है जी। अप्रूवल तुहानूं लोन तो पहलां इकट्ठियां करनियां पैणियां। वंस यू हैव गॉट द अप्रूवल, लोन मिल गया, फिर बाद तुसीं की करनी है कंस्ट्रक्शन ऑफ बिल्डिंग स्टार्ट कर देनी है। कंस्ट्रक्शन ऑफ बिल्डिंग स्टार्ट करनी है, तुसीं आर्कीटैक्ट लैना ताकि तुसीं प्रॉपर एक स्ट्रक्चर बनाओ, एवं ना पैसा वेस्ट हो जाए। ठीक है जी। आर्कीटैक्ट के प्लान के अकॉर्डिंग चलो तो तुहाडा प्लांट प्रॉपर जिथे लगे ताकि बार बार तुहानूं अपनी मशीन शिफ्ट करने की लोड़ ना पवे। ठीक है जी। नाले आर्कीटैक्ट का तुहानूं एस्टीमेट तो चाहिए ही है, कोई कहते हैं लोन लैन वास्ते, तो आर्कीटैक्ट तुहानूं ही कंस्ट्रक्शन कराने वास्ते लाना पैना। नौवां चीज़ की होएगी गैटिंग द यूटिलिटी कनैक्शनस। फिर तुहानूं जो तुसीं एक बारी जो बिल्डिंग सैट कर ली है, तुसीं मैन पावर वगैरह मशीन वगैरह लाती है तो चलाना है ना, बिजली का कनैक्शन भी चाहिए है। यूटिलिटी की पावर बिजली के तुहानूं पानी का प्रबंध करना पैना उत्थे। ठीक है जी। तो बिजली दो तरह, लो टेंशन वायर भी हो सकती है तो हाई टेंशन वायर भी। लो टेंशन कनैक्शन होएगा तो 75 हॉर्स पावर तक की मशीनां लानी है तो लो टेंशन चलेगा। अगर हाई पावर अगर 130 HP तो वध दी लानी है तो तुहानूं हाई टेंशन पावर चाहिए होएगी। ठीक है बेटा जी। अगर यूटिलिटीज़ प्रेजेंट नहीं होंगी तो बेस इंडस्ट्री काम किस तरह होएगा। ठीक है जी। वंस तुहाडी यूटिलिटियां भी सैट हो गई, फिर बाद तुहानूं अपना की कहते 3M सही रखने पैने हैं कि बिफोर अगर तुसीं चाहते हो तुहाडी कंपनी चंगी तरीके काम करे। मैन तुसीं जिहड़े बंदे रखने हैं प्रॉपर पहले नहीं, कंपनी खुल्लण तो बाद च तुसीं बंदे हायर करन, बिफोर तुहाडी मशीन सैट होवे, सब कुछ लगे, तुहाडी बंदे अपॉइंट हो जाए ताकि काम तुहाडा स्टार्ट हो जाए इमीजिएटली। ठीक है जी। तुहानूं डिले ना आवे तुहाडे, क्योंकि लोन तो तुहाडा चढ़ गया ना, तो तुसीं प्रोडक्शन अगर लेट स्टार्ट होएगी तुहानूं प्रॉफिट वगैरह लेट आएगा तो तुसीं तुहाडा प्रोडक्ट लेट पहुँचेगा मार्केट च, तुसीं अपना लॉस करोगे। मशीनरी, ठीक है जी, तुहाडी मशीनरी भी प्रॉपर वधिया होवे है ना, कि अकॉर्डिंग टू स्टैंडर्ड्स होवे है ना, एक मशीनरी तुहाडी की होवे चीप होवे ते तुहाडा टैक्नोलॉजी वधिया ना होवे, लेटेस्ट टैक्नोलॉजियां वरतदियां होण ते बहुतियां महंगियां भी लाने की कोशिश करनी है। ठीक है जी। अपनी जेब के अकॉर्डिंग चलना है, मतलब ठीक ठाक जी टैक्नीकल टैक्नोलॉजी वरती जाए तो बहुता कॉस्ट इफैक्टिव मशीनरी लाने की कोशिश करनी है। मटीरियल्स, रॉ मटीरियल जिहड़ा हैगा तुहाडा लागे अवेलेबल रहे। जो मशीन से मैन आ गया तो रॉ मटीरियल अगर लेट पहुँचेगा तो प्रोडक्शन की होएगी, घट होएगी। ठीक है। अगर जल्दी ज़्यादा ही पहुँच जाएगा, बहुत ज़्यादा प्रोडक्ट बना दोगे तो भी की होएगा, तुहाडा पिछे पाइलअप होंदा जाएगा, सेल नहीं होएगी, तुहाडा रॉ मटीरियल की हो जाएगा, खराब हो जाएगा। ज़्यादा तुसीं उहदी दुरवरतों भी नहीं करनी हैगी। ठीक है जी। वंस 3M राइट हो गए, सब कुछ हो गया, हुण तुसीं अपनी प्रोडक्शन स्टार्ट कर सकते हो। तो फिर क्या स्टार्टिंग प्रोडक्शन, तुसी अपना प्रोडक्शन उस हिसाब नाल ही करनी है, डिमांड तो सप्लाई के अकॉर्डिंग। अगर जिन्नी डिमांड है वो अकॉर्डिंग ओवर प्रोडक्शन भी नहीं करनी तो लैस प्रोडक्शन भी नहीं करनी। ठीक है बेटा जी। बस बेटा तुसी अपनी प्रोडक्शन स्टार्ट करती है तो तुसी अपनी जी कि प्रोडक्ट की क्वालिटी तो हमेशा टैसट करते रहना, तेनों कंट्रोल करते रहना, क्योंकि एक बार प्रोडक्ट जोड़ा है
ਤੁਹਾਡੀ ਇੰਡਸਟਰੀ ਦੀ ਰੈਪੂਟੇਸ਼ਨ, ਤੁਹਾਡੀ ਕੁਆਲਿਟੀ ਕਿੱਦਾਂ ਦੀ ਹੈ ਪ੍ਰੋਡਕਟ ਦੇ ਉੱਤੇ ਡਿਪੈਂਡ ਕਰਦਾ ਹੈ। ਜੇ ਇੱਕ ਵਾਰੀ ਤੁਹਾਡੀ ਬਦਨਾਮੀ ਹੋ ਗਈ ਇੰਡਸਟਰੀ ਦੀ, ਫਿਰ ਤੁਹਾਨੂੰ ਪ੍ਰੋਡਕਟ ਵੇਚਣਾ ਕੀ ਹੋ ਜਾਏਗਾ, ਔਖਾ ਹੋ ਜਾਏਗਾ ਬੇਟਾ। ਮਾਰਕੀਟਿੰਗ, ਹੁਣ ਬੇਟਾ ਤੁਸੀਂ ਪ੍ਰੋਡਕਟ ਬਣਾ ਲਿਆ, ਚੰਗਾ ਪ੍ਰੋਡਕਟ ਬਣਾ ਲਿਆ, ਜਦ ਤੱਕ ਉਹਨੂੰ ਮਾਰਕੀਟ ਨਹੀਂ ਕਰੋਗੇ ਨਾ, ਤੇ ਉਹਦੀ ਸੇਲ 'ਤੇ ਇੰਨਾ ਜ਼ਿਆਦਾ ਇਫੈਕਟ, ਇੰਨਾ ਜ਼ਿਆਦਾ ਤੁਹਾਨੂੰ ਅਸਰ ਦੇਖਣ ਨੂੰ ਨਹੀਂ ਮਿਲੇਗਾ। ਕਦੀ ਕਦੀ ਇਹ ਸਟੇਟ ਗਵਰਨਮੈਂਟਸ ਵੀ ਹੈਲਪ ਕਰਦੀ ਨੇ ਤੁਹਾਡੇ ਪ੍ਰੋਡਕਟ ਨੂੰ ਐਡਵਰਟਾਈਜ਼ ਕਰਨ ਲਈ, ਠੀਕ ਹੈ ਜੀ। ਜਿੰਨਾ ਜ਼ਿਆਦਾ ਵਧੀਆ ਤਰੀਕੇ ਨਾਲ ਐਡਵਰਟਾਈਜ਼ ਕਰੋਗੇ, ਉਹਨਾਂ ਤੁਹਾਡੇ ਪ੍ਰੋਡਕਟ ਦੀ ਸੇਲ ਦੇ ਵਿੱਚ ਵੀ ਕੀ ਹੁੰਦੀ ਹੈ, ਅਨਾਊਂਸਮੈਂਟ ਹੁੰਦੀ ਹੈ। ਅਤੇ 14ਵਾਂ ਫੈਕਟਰ ਕੀ ਹੋਏਗਾ, ਜੇ ਤੁਹਾਡਾ ਕਿਤੇ ਕੀ ਕਹਿੰਦੇ ਆ, ਤੁਸੀਂ ਆਪਣਾ ਪ੍ਰੋਡਕਟ ਤੁਹਾਨੂੰ ਲੱਗਦਾ ਕਿ ਤੁਸੀਂ ਐਕਸਪੋਰਟ ਕਰ ਸਕਦੇ ਹੋ, ਤਾਂ ਉਹਦੇ ਬਾਰੇ ਵੀ ਤੁਹਾਨੂੰ ਆਪਣੀ ਓਪਰਚੁਨਿਟੀਜ਼ ਦੀ ਹੈ। ਐਕਸਪਲੋਰਿੰਗ ਐਕਸਪੋਰਟ ਪ੍ਰਮੋਸ਼ਨ ਓਪਰਚੁਨਿਟੀਜ਼ ਵੀ ਤੁਹਾਨੂੰ ਲਗਾਤਾਰ ਦੇਖਦੇ ਰਹਿਣਾ ਚਾਹੀਦਾ ਹੈ, ਠੀਕ ਹੈ ਜੀ। ਅਗਰ ਤੁਹਾਨੂੰ ਲੱਗਦਾ ਕਿ ਤੁਹਾਡਾ ਪ੍ਰੋਡਕਟ ਤੁਸੀਂ ਐਕਸਪੋਰਟ ਕਰ ਸਕਦੇ ਹੋ, ਇੰਨੀ ਤੁਸੀਂ ਡਿਮਾਂਡ ਕੇ ਕਰ ਸਕਦੇ ਹੋ, ਕੈਟਰ ਕਰ ਸਕਦੇ ਹੋ ਬੇਟਾ। ਇਹ 14 ਪੁਆਇੰਟ ਅੱਗੇ ਜਿਹੜੇ ਤੁਸੀਂ 16 ਸਮੋਲ ਸਕੇਲ ਇੰਡਸਟਰੀਜ਼ ਲਾਉਣ ਵੇਲੇ ਧਿਆਨ 'ਚ ਰੱਖਣੇ ਹੈਗੇ ਆ, ਠੀਕ ਹੈ ਜੀ। ਬਾਕੀ ਬੇਟਾ ਸਮੋਲ ਸਕੇਲ ਇੰਡਸਟਰੀ ਰਜਿਸਟ੍ਰੇਸ਼ਨ ਵਗੈਰਾ ਉਹ ਆਪਾਂ ਅਗਲੇ ਲੈਕਚਰ 'ਚ ਕਰਾਂਗੇ। ਥੈਂਕ ਯੂ ਜੀ।